ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮੰਦ ਮਸੰਦਨ ਬ੍ਰਿੰਦ ਕੋ ਸਰਾਪ ਪਇਓ ਇਸ ਪਾਏ। ਤਨ ਤਰ ਸ਼੍ਰੀ ਗੁਰ ਦਸਮ ਬਰ ਸਗਰੇ ਦਏ ਖਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ। ਜਿਨ੍ਹਾਂ ਮਹਾਨ ਵੱਡਿਆਂ ਭਾਗਾਂ ਦੇ ਸਦਕਾ ਆਪ ਸਰਬੱਤ ਸੰਗਤ ਆਪੋ ਆਪਣੇ ਦੁਨਿਆਵੀ ਕਾਰੋਬਾਰਾਂ ਤੋਂ ਸੰਕੋਚ ਕਰਦਿਆਂ ਹੋਇਆਂ ਤੇਗ ਬਹਾਦਰ ਸਿਮਰਿਐ। ਕਰ ਨੌ ਨਿਦ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਕਮਲ ਸਰੀਖੇ ਚਰਨਾਂ ਦੀ ਸ਼ੋਅ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਵਿਖੇ ਪਹੁੰਚ ਕਰਕੇ ਸਤਿਗੁਰਾਂ ਜੀ ਦੇ ਪਵਿੱਤਰ ਦਰਸ਼ਨ ਦੀਦਾਰ ਕਰਦਿਆਂ ਹੋਇਆਂ, ਸਤ ਸੰਗਤ ਕਰਦਿਆਂ ਹੋਇਆਂ, ਤਨ ਮਨ ਧਨ ਦੇ ਨਾਲ ਸੇਵਾਵਾਂ ਕਰਦਿਆਂ ਹੋਇਆਂ ਅਮੋਲਕ ਮਨੁੱਖਾ ਜਨਮ ਸਫਲ ਬਣਾ ਰਹੇ ਹੋ। ਸੋ ਇਸ ਪਵਿੱਤਰ ਅਸਥਾਨ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਤ ਨੂੰ ਤਾਰਨ ਵਾਸਤੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ ਦੇ ਮਹਾਵਾਕਾਂ ਦੇ ਅਨੁਸਾਰ ਧੁਰ ਕੀ ਬਾਣੀ ਦੇ ਰਸ ਭਿੰਨੜੇ ਸ਼ਬਦਾਂ ਦਾ ਕੀਰਤਨ ਬੜੇ ਪ੍ਰੇਮ ਦੇ ਸਹਿਤ ਬੈਠ ਕਰਕੇ ਸਰਵਣ ਕਰ ਰਹੇ ਸੀ। ਸੋ ਇਸ ਵਕਤ ਸਤਿਗੁਰਾਂ ਜੀ ਦੇ ਪਵਿੱਤਰ ਪਰਉਪਕਾਰੀ ਜੀਵਨ ਕੌਤਕਾਂ ਦੀ ਕਥਾ ਵਿਚਾਰਤਾ ਦਾ ਸਮਾਂ ਹੋ ਚੁੱਕਾ ਹੈ। ਆਪ ਸਰਬੱਤ ਸੰਗਤ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕਰ ਰਹੇ ਸੀ। ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਦੇ ਮਹਾਵਾਕਾਂ ਦੇ ਅਨੁਸਾਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਤ ਨੂੰ ਤਾਰਨ ਵਾਸਤੇ ਪਾਤਸ਼ਾਹ ਜੀ ਪਵਿੱਤਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਹਨ। ਸੰਗਤਾਂ ਦਸਾਂ ਦਿਸ਼ਾਵਾਂ ਦੇ ਵਿੱਚੋਂ ਚੱਲ ਕਰਕੇ ਬੜੀ ਸ਼ਰਧਾ ਭਾਵਨਾ ਦੇ ਸਹਿਤ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਆਪਣਾ ਮਨੁੱਖਾ ਜਨਮ ਸਫਲ ਬਣਾ ਰਹੇ ਹਨ। ਬਾਣੀ ਦੇ ਮਹਾਵਾਕ ਹਨ, ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਪੂਰੇ ਕੀ, ਤਿਸ ਕਾਰਜ ਸਭ ਸਵਾਰੇ। ਕੋਈ ਵੀ ਗੁਰਮੁਖ ਪਿਆਰਾ ਸ਼ਰਧਾ ਭਾਵਨਾ ਧਾਰ ਕਰਕੇ ਗੁਰੂ ਘਰ ਵਿੱਚ ਆ ਕਰਕੇ ਸੇਵਾ ਕਰਦਾ ਤਾਂ ਪਾਤਸ਼ਾਹ ਜੀ ਉਸ ਸਿੱਖ ਦੇ ਸਾਰੇ ਜਿਹੜੇ ਕਾਰਜ ਹਨ ਲੋਕ ਪਰਲੋਕ ਵਾਲੇ ਸਵਾਰ ਦਿੰਦੇ ਹਨ। ਸੋ ਜਿੱਥੇ ਸ਼ਰਧਾ ਭਾਵਨਾ ਵਾਲੀਆਂ ਸਿੱਖ ਸੰਗਤਾਂ ਹਨ, ਜਿੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾਵਾਂ ਕਰ ਰਹੀਆਂ ਨੇ, ਉੱਥੇ ਮਾੜੀ ਮੱਤ ਵਾਲੇ ਮੁਸੰਦ ਗੁਰੂ ਘਰ ਦੀਆਂ ਸੰਗਤਾਂ ਦੀ ਦਿੱਤੀ ਹੋਈ ਦਸਵੰਧ ਦੀ ਭੇਟਾ ਉਸ ਦੀ ਦੁਰਵਰਤੋਂ ਕਰਦੇ ਨੇ ਅਤੇ ਕਾਰ ਸੇਵਾ ਦੇ ਵਿੱਚ ਜਿੱਥੇ ਜਿੱਥੇ ਵੀ ਧਨ ਲੱਗਣਾ ਚਾਹੀਦਾ ਅਸੀਂ ਲਾ ਨਹੀਂ ਰਹੇ। ਜ਼ਿਆਦਾਤਰ ਜਿਹੜਾ ਧਨ ਹੈ ਉਸ ਨੂੰ ਵਰਤਨ ਵਿੱਚ ਸੰਕੋਚ ਕਰਦੇ ਨੇ, ਹੱਥ ਘੁੱਟਦੇ ਨੇ, ਕੰਜੂਸੀ ਕਰਦੇ ਨੇ ਕਿ ਕਿਤੇ ਵੱਧ ਧਨ ਨਾ ਲੱਗ ਜਾਏ। ਪਵਿੱਤਰ ਸਰੋਵਰ ਦੀਆਂ ਪਰਿਕਰਮਾ ਦੇ ਵਿੱਚ, ਪੌੜੀਆਂ ਦੇ ਵਿੱਚ
ਜੋ ਇੱਟਾਂ ਦੀ ਚਨਾਈ ਹੈ, ਪਹਿਲੀ ਪਹਿਲੀ ਪੰਕਤੀ ਦੀ ਚੂਨੇ ਦੇ ਨਾਲ ਕੀਤੀ ਜਾਂਦੀ ਹੈ। ਅੱਜ ਦੇ ਸਮੇਂ ਦੇ ਵਿੱਚ ਜਿਵੇਂ ਸੀਮੈਂਟ ਮਸਾਲਾ ਆ ਗਿਆ, ਪੁਰਾਣੇ ਸਮੇਂ ਦੇ ਵਿੱਚ ਸੰਗਤ ਜੀ ਚੂਨਾ ਤਿਆਰ ਕੀਤਾ ਜਾਂਦਾ ਸੀ। ਸੋ ਬੜੀ ਸਮੱਗਰੀ ਦੇ ਸਹਿਤ ਮਿਲਾ ਕਰਕੇ ਉਸ ਨੂੰ ਤਿਆਰ ਕੀਤਾ ਜਾਂਦਾ, ਬਹੁਤ ਖਰਚਾ ਆ ਜਾਂਦਾ ਸੀ। ਸੋ ਗੁਰੂ ਘਰ ਦੇ ਵਿੱਚ ਖਰਚੇ ਦੀ ਤਾਂ ਕੋਈ ਪਰਵਾਹ ਹੀ ਨਹੀਂ। ਖਾਵਹਿ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਖਜ਼ਾਨਾ ਹੈ। ਨਾ ਨਾਮ ਧਨ ਦਾ ਖਜ਼ਾਨਾ ਤੋਟ ਆਉਂਦਾ, ਤੇ ਨਾ ਪ੍ਰਤੱਖ ਧਨ ਦਾ ਤੋਟਾ ਆਉਂਦਾ। ਸੋ ਜਿਹੜੇ ਮਸੰਦ ਹਨ, ਜਿਹੜੀ ਪਹਿਲੀ ਪੌੜੀ ਹੈ, ਪਹਿਲੀ ਕਤਾਰ ਦੇ ਵਿੱਚ ਜਿੰਨੀ ਵੀ ਚਨਾਈ ਹੁੰਦੀ ਹੈ ਉਸ ਨੂੰ ਚੂਨੇ ਦੇ ਨਾਲ ਕਰਦੇ ਨੇ, ਤੇ ਬਾਕੀ ਦੀਆਂ ਜਿਹੜੀਆਂ ਮਗਰ ਇੱਟਾਂ ਲੱਗਦੀਆਂ ਨੇ ਉਹਨਾਂ ਦੀ ਚਨਾਈ ਗਾਰੇ ਨਾਲ ਕਰਦੇ ਨੇ। ਸੋ ਇਹ ਜਿਹੜੀ ਖੁਟਿਆਈ ਵੇਖ ਕਰਕੇ ਸੰਗਤਾਂ 2-3 ਵਾਰ ਸ਼ਿਕਾਇਤ ਕਰਦੀਆਂ, 2-3 ਵਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਸੰਦਾਂ ਨੂੰ ਵਾਰ-ਵਾਰ ਬਚਨ ਕਰਦੇ ਨੇ। ਪਰ ਸਤਿਗੁਰਾਂ ਜੀ ਦੇ ਬਚਨਾਂ ਤੇ ਮਸੰਦਾਂ ਨੂੰ ਭਰੋਸਾ ਨਹੀਂ, ਕਿਉਂਕਿ ਸੇਵਾ ਸਿਮਰਨ ਨਹੀਂ, ਕੇਵਲ ਤੇ ਕੇਵਲ ਬੱਧਾ ਚੱਟੀ ਹੈ, ਕੇਵਲ ਤੇ ਕੇਵਲ ਨੌਕਰੀ ਸਮਝੀ ਹੈ, ਕੇਵਲ ਤੇ ਕੇਵਲ ਕਾਰ ਹੀ ਸਮਝੀ ਆਪਣੀ, ਗੁਰੂ ਘਰ ਦੀ ਸੇਵਾ ਨਹੀਂ ਸਮਝੀ। ਦਾਸਾ ਭਾਵ ਨਹੀਂ ਧਾਰਿਆ, ਸ਼ਰਧਾ ਭਾਵਨਾ ਨਹੀਂ ਧਾਰੀ, ਕੇਵਲ ਤੇ ਕੇਵਲ ਨੌਕਰੀ ਸਮਝੀ ਹੈ। ਸੋ ਜਿੱਥੇ ਨੌਕਰੀ ਹੋਵੇ ਉੱਥੇ ਸੰਗਤ ਜੀ ਪ੍ਰੇਮ ਨਹੀਂ ਹੁੰਦਾ, ਉੱਥੇ ਸ਼ਰਧਾ ਨਹੀਂ ਹੁੰਦੀ, ਕੇਵਲ ਤੇ ਕੇਵਲ ਫਰਜ਼ੀ ਹੁੰਦਾ। ਸੋ ਇਸ ਕਰਕੇ ਮਸੰਦਾਂ ਦੀ ਖੋਟਤਾਈ ਨੂੰ ਵੇਖ ਕਰਕੇ ਸੰਗਤਾਂ ਖਿੱਝ ਜਾਂਦੀਆਂ ਨੇ, ਵਾਰ-ਵਾਰ ਪਾਤਸ਼ਾਹ ਜੀ ਦੇ ਪਾਸ ਬੇਨਤੀ ਕਰਦੀਆਂ। ਅਖੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਸੰਦਾਂ ਦੇ ਤਾਂ ਹੀ ਸਰਾਪ ਦੇ ਦਿੰਦੇ ਹਨ ਕਿ ਸਮਾਂ ਆਵੇਗਾ, ਕਲਗੀਧਰ ਪਾਤਸ਼ਾਹ ਜੀ ਦੇ ਵੱਲ ਇਸ਼ਾਰਾ ਕਰਦੇ ਨੇ, ਇਹ ਜਿਹੜੇ ਮਸੰਦ ਹਨ ਇਹਨਾਂ ਦਾ ਆਪਣੇ ਆਪ ਹੀ ਨਾਸ਼ ਹੋ ਜਾਵੇਗਾ। ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਜੋ 15ਵੇਂ ਮੁਖੀ ਹੋਏ ਹਨ, ਉਹ ਹਮੇਸ਼ਾ ਬਚਨ ਕਰਿਆ ਕਰਦੇ ਸਨ ਕਿ ਜਿਹੜਾ ਗੁਰੂ ਘਰ ਦਾ ਧਨ ਖਾਂਦਾ ਨਾ ਉਹਨੂੰ ਮਾਰਨ ਦੀ ਲੋੜ ਹੀ ਨਹੀਂ, ਇੱਕ ਨਾ ਇੱਕ ਦਿਨ ਉਹਨੇ ਆਪਣੇ ਆਪ ਹੀ ਬਿਨਾਂ ਮਾਰਿਆ ਮਰ ਜਾਣਾ। ਸੋ ਸਮਝ ਲੈਣਾ ਕਰੋ, ਜਿਹੜਾ ਗੁਰੂ ਦੇ ਧਨ ਦੀ ਦੁਰਵਰਤੋਂ ਕਰਦਾ ਉਹਦੇ ਦਿਨ ਥੋੜੇ ਆ ਗਏ ਨੇ। ਸੋ ਪਾਤਸ਼ਾਹ ਜੀ ਮਸੰਦਾਂ ਦੇ ਤਾਂ ਹੀ ਸਰਾਪ ਦੇ ਦਿੰਦੇ ਹਨ ਕਿ ਇਸ ਪਵਿੱਤਰ ਸਰੋਵਰ ਨੇ ਤਾਂ, ਇਸ ਪਵਿੱਤਰ ਹਰਿਮੰਦਰ ਸਾਹਿਬ ਨੇ ਤਾਂ ਰਹਿੰਦੀ ਦੁਨੀਆ ਤੱਕ ਰਹਿਣਾ ਹੈ, ਪਰ ਜਿਹੜੀ ਇਹਨਾਂ ਨੇ ਖੋਟਤਾਈ ਕੀਤੀ ਹੈ, ਜਿਹੜੀ ਹੋਣੀ ਨੇ ਇਹਨਾਂ ਦੇ ਪਾਸੋਂ ਕਰਵਾਉਣਾ ਸੀ, ਕਰਵਾ ਕੇ ਰਹਿਣਾ। ਸੋ ਸਮਾਂ ਆਏਗਾ, ਮਹਾਰਾਜਾ ਰਣਜੀਤ ਸਿੰਘ ਵੱਲ ਇਸ਼ਾਰਾ ਕੀਤਾ, ਖਾਲਸਾ ਮਿਸਲਾਂ ਵੱਲ ਇਸ਼ਾਰਾ ਕੀਤਾ ਕਿ ਮੇਰੇ ਜਿਹੜੇ ਕਰਨੀ ਕਮਾਈ ਵਾਲੇ ਸ਼ਰਧਾ ਭਾਵਨਾ ਵਾਲੇ ਸਿੱਖ ਹੋਣਗੇ, ਬੜੀ ਸ਼ਰਧਾ ਭਾਵਨਾ ਦੇ ਸਹਿਤ ਇਸ ਪਵਿੱਤਰ ਸਰੋਵਰ ਦੀ ਸੇਵਾ ਕਰਨਗੇ, ਸਾਰਾ ਦਾ ਸਾਰਾ ਇਹ ਪੱਕਾ ਆਇਆ ਕਰੇਗਾ। ਅੱਜ ਜਿੰਨਾ ਮਸੰਦ ਇਸ ਧਨ ਨੂੰ ਖਰਚਣ ਦੇ ਵਿੱਚ ਬਹੁਤ ਜ਼ਿਆਦਾ ਸੰਕੋਚ ਕਰ ਰਹੇ ਨੇ, ਕੋਈ ਸਮਾਂ ਆਵੇਗਾ ਜਿੱਥੇ ਸੰਗਤਾਂ ਕਤਾਰਾਂ ਦੀਆਂ ਕਤਾਰਾਂ ਬਣਾ ਕਰਕੇ ਹੱਥ ਜੋੜ ਕਰਕੇ ਖਲੋਣਗੀਆਂ ਕਿ ਸਾਨੂੰ ਸੇਵਾ ਦੇਵੋ। ਸੋ ਅੱਜ ਸਤਿਗੁਰਾਂ ਜੀ ਦੇ ਜਿਹੜੇ ਬਚਨ ਹਨ ਸੱਚੇ ਹੋਏ ਹਨ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਆਦਿਕ ਬਚਨ ਕਰਦੇ ਹਨ। ਸੋ ਅੱਗੇ ਜਿਸ ਪ੍ਰਕਾਰ ਪਾਵਨ ਪਵਿੱਤਰ ਸਤਿਗੁਰਾਂ ਜੀ ਦੀ ਜੀਵਨ ਕੌਤਕਾਂ ਦੀ ਕਥਾ ਵਿਚਾਰਤਾ ਆਵੇਗੀ, ਆਪ ਸਰਬੱਤ ਸੰਗਤ ਨੇ ਬੜੀ ਸ਼ਰਧਾ ਭਾਵਨਾ ਦੇ ਸਹਿਤ ਮਨ ਬਿਰਤੀ ਇਕਾਗਰਚਿਤ ਕਰਕੇ ਆਨੰਦਾਂ ਦੇ ਤਾਈਂ ਦੇਣ ਵਾਲੀ ਮਹਾਨ ਕਥਾ ਨੂੰ ਸਰਵਣ ਕਰਦਿਆਂ ਹੋਇਆਂ ਇੱਕ ਵਾਰ ਫੇਰ ਪ੍ਰੇਮ ਦੇ ਸਹਿਤ ਆਖਣਾ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਦ ਮਸੰਦਨ ਬ੍ਰਿੰਦ ਕੋ ਸਰਾਪ ਪਇਓ ਇਸ ਪਾਈ। ਸੋ ਕਵੀ ਰਾਜੀ ਜ਼ਿਕਰ ਕਰਦੇ ਹਨ, ਮਾੜੀ ਮੱਤ ਵਾਲੇ ਜਿਹੜੇ ਮਸੰਦ ਹਨ ਉਹਨਾਂ ਦੇ ਤਾਈਂ ਸਤਿਗੁਰਾਂ ਜੀ ਨੇ ਉਹਨਾਂ ਦੀ ਖੋਟੀ
ਕਰਨੀ ਕਮਾਈ ਵੇਖ ਕਰਕੇ ਪਾਤਸ਼ਾਹ ਜੀ ਨੇ ਸਰਾਪ ਦੇ ਦੇਣਾ ਕੀਤਾ। ਤਨ ਤਰ ਸ਼੍ਰੀ ਗੁਰ ਦਸਮ ਬਰ ਸਗਰੇ ਦਈ ਖਪਾਈ। ਅਤੇ ਭਵਿੱਖਤ ਸਮੇਂ ਨੂੰ ਮੁੱਖ ਰੱਖ ਕਰਕੇ ਬਚਨ ਕੀਤੇ ਕਿ 10ਵੇਂ ਜਾਮੇ ਦੇ ਵਿੱਚ ਇਹਨਾਂ ਮਸੰਦਾਂ ਨੂੰ ਪੂਰੀ ਤਰ੍ਹਾਂ ਅਸੀਂ ਖਤਮ ਕਰ ਦੇਵਾਂਗੇ। ਮਸੰਦ ਪ੍ਰਥਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤੀ ਅਤੇ ਜਿਹੜੇ ਮਸੰਦ ਪ੍ਰਥਾ ਨੂੰ ਖਾਤਮਾ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਖਾਲਸਾ ਪੰਥ ਸਾਜਨਾ ਕੀਤਾ ਉਸ ਵਕਤ ਕਰ ਹੀ ਦਿੱਤੇ। ਪਾਤਸ਼ਾਹ ਜੀ ਨੇ ਬਚਨ ਕੀਤੇ ਜਿਹੜਾ ਵੀ ਮੇਰਾ ਗੁਰੂ ਕਾ ਪਿਆਰਾ ਹੋਵੇਗਾ ਉਹ ਆਪਣਾ ਦਸਵੰਧ ਘਰਾਂ ਦੇ ਵਿੱਚ ਜੋੜ ਕਰਕੇ ਰੱਖੇਗਾ ਤੇ ਜਦੋਂ ਸਾਲ ਦੇ ਵਿੱਚ ਦੀਵਾਲੀ ਜਾਂ ਵਿਸਾਖੀ ਦੇ ਪੁਰਬ ਤੇ ਆਵੇ ਕਰੇਗਾ ਜਾਂ ਜਦੋਂ ਵੀ ਮੱਸਿਆ ਜਾਂ ਸੰਗਰਾਂਦ ਤੇ ਜਾਂ ਪੂਰਨਮਾਸ਼ੀ ਜਿਹੜੇ ਤਿਆਦਕ ਗੁਰਪੁਰਬ ਦਿਹਾੜੇ ਹਨ ਉਹਨਾਂ ਤੇ ਮੇਰਾ ਸਿੱਖ ਆਪ ਘਰੇ ਆ ਕਰਕੇ ਸਾਰਾ ਜਿਹੜਾ ਦਸਵੰਧ ਹੈ ਦਿਆ ਕਰੇਗਾ। ਸੋ ਅੱਜ ਵੀ ਸੰਗਤਾਂ ਸੰਗਤ ਜੀ ਇਸ ਪ੍ਰਕਾਰ ਹੀ ਕਰਦੀਆਂ ਨੇ। ਜਿਹੜੇ ਗੁਰਮੁਖ ਪਿਆਰੇ ਹਨ ਜਿਹੜੇ ਕਿਰਸਾਨੀ ਕਰਦੇ ਨੇ ਚਾਹੇ ਜਿਹੜੇ ਵਪਾਰ ਕਰਦੇ ਨੇ ਉਹ ਆਪਣਾ ਦਸਵੰਧ ਘਰ ਦੇ ਵਿੱਚ ਜੋੜ ਕਰਕੇ ਰੱਖਦੇ ਨੇ ਤੇ ਜਦੋਂ ਵੀ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਆਉਂਦੇ ਹਨ ਤਾਂ ਉਹ ਦਸਵੰਧ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਭੇਟ ਕਰਦੇ ਹਨ। ਸੋ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ 10ਵੇਂ ਜਾਮੇ ਦੇ ਵਿੱਚ ਇਹਨਾਂ ਮਸੰਦਾਂ ਨੂੰ ਖਤਮ ਕਰਨਾ ਹੈ। ਬਲੀ ਤੁਰਕ ਪਤ ਕਾਬਲੀ ਇਸ ਥਲ ਦਲ ਚੱਲ ਆਏ। ਸੋ ਪਾਤਸ਼ਾਹ ਜੀ ਬਚਨ ਕਰਦੇ ਹਨ ਹੋਣੀ ਨੇ ਇਹਨਾਂ ਮਸੰਦਾਂ ਦੇ ਪਾਸੋਂ ਖੋਟਾ ਕਰਮ ਕਰਵਾ ਹੀ ਲਿਆ। ਜਿਹੜੀ ਹੋਣੀ ਹੈ ਟਲਦੀ ਨਹੀਂ ਹੈ ਤੇ ਜਿਹੜੇ ਮੁਗਲ ਹਨ ਅਹਿਮਦ ਸ਼ਾਹ ਅਬਦਾਲੀ ਵੱਲ ਇਸ਼ਾਰਾ ਕਰਦੇ ਹਨ ਅਤੇ ਨਾਦਰ ਸ਼ਾਹ ਵੱਲ ਇਸ਼ਾਰਾ ਕਰਦੇ ਹਨ। ਜਿਹੜੇ ਮੁਗਲਾਂ ਦੇ ਮਲੇਸ਼ਾਂ ਦੇ ਵੱਡੇ ਵੱਡੇ ਜਰਨੈਲ ਹੋਣਗੇ ਇਹ ਸ੍ਰੀ ਹਰਿਮੰਦਰ ਸਾਹਿਬ ਆਉਣਗੇ। ਸਰਸੋ ਪਾਨ ਉਖੇਰ ਕਰ ਪੂਰ ਦਿਓ ਸਭ ਥਾਏ। ਅਤੇ ਇਹ ਖੋਟੀ ਮੱਤ ਵਾਲੇ ਜਿਹੜੇ ਮਲੇਸ਼ ਹਨ ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਆ ਕਰਕੇ ਜੋ ਪਵਿੱਤਰ ਅਸਥਾਨ ਉਸ ਦੀ ਬੇਅਦਬੀ ਕਰਨਗੇ ਪਵਿੱਤਰ ਸਰੋਵਰ ਨੂੰ ਪੂਰ ਦੇਣਾ ਕਰਨਗੇ। ਸਿੰਘ ਬ੍ਰਿੰਦ ਮੈਂ ਪਤ ਪਏ ਹਤੀ ਜਮਨ ਸਮੁਦਾਏ। ਅਤੇ ਉਸ ਤੋਂ ਬਾਅਦ ਮੇਰਾ ਖਾਲਸਾ ਪੰਥ ਜਦੋਂ ਰਾਜ ਕਰੇਗਾ ਮਹਾਰਾਜਾ ਰਣਜੀਤ ਸਿੰਘ ਵੱਲ ਇਸ਼ਾਰਾ ਹੈ, ਬੁੱਢਾ ਦਲ ਤਰਨਾ ਦਲ ਵੱਲ ਇਸ਼ਾਰਾ ਹੈ, 12 ਮਿਸਲਾਂ ਵੱਲ ਇਸ਼ਾਰਾ ਹੈ, ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਜੱਸਾ ਸਿੰਘ ਆਹਲੂਵਾਲੀਆ। ਸੋ ਇਤਿਹਾਦਕ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ ਵੱਲ ਇਸ਼ਾਰਾ ਹੈ ਕਿ ਜਦੋਂ ਮੇਰਾ ਖਾਲਸਾ ਇਸ ਪਵਿੱਤਰ ਅਸਥਾਨ ਨੂੰ ਦੁਬਾਰਾ ਫਿਰ ਬੜੀ ਸ਼ਰਧਾ ਭਾਵਨਾ ਦੇ ਸਮੇਤ ਇਸ ਨੂੰ ਦੁਬਾਰਾ ਉਸਾਰਨਾ ਕਰੇਗਾ। ਨੀਮ ਪੁਰਾਤਨ ਤਾਲ ਕੀ ਦੇਖ ਭਲੇ ਸੋ ਥਾਏ। ਇਹ ਜਿਹੜੇ ਮਾੜੀ ਮੱਤ ਵਾਲੇ ਮਲੇਸ਼ ਆਉਣਗੇ ਅਹਿਮਦ ਸ਼ਾਹ ਅਬਦਾਲੀ ਵਰਗੇ ਨਾਦਰ ਸ਼ਾਹ ਵਰਗੇ ਜਦੋਂ ਪਵਿੱਤਰ ਸਰੋਵਰ ਨੂੰ ਪੂਰ ਦੇਣਾ ਕਰਨਗੇ ਤਾਂ ਉਸ ਵਕਤ ਇਹ ਜਦੋਂ ਖਾਲਸਾ ਰਾਜ ਆਏਗਾ ਮੇਰੇ ਪਿਆਰਾ ਖਾਲਸਾ ਮੇਰੀਆਂ ਪਿਆਰੀਆਂ ਸੰਗਤਾਂ ਪਵਿੱਤਰ ਸਰੋਵਰ ਦੀਆਂ ਪਹਿਲਾਂ ਵਾਲੀਆਂ ਨੀਹਾਂ ਨੂੰ ਖੋਜ ਕਰਕੇ ਦੁਬਾਰਾ ਫੇਰ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨਗੇ। ਕਰੀ ਸੁਪਾਨ ਚਿਨਾਏ ਪੁਨ ਚੂਨੋ ਸਰਬ ਲਗਾਏ। ਹੁਣ ਜਿਹੜੇ ਚੂਨੇ ਦੇ ਵਿੱਚ ਇਹ ਮਸੰਦ ਹੱਥ ਘੁੱਟਦੇ ਹਨ ਤੇ ਮੇਰਾ ਖਾਲਸਾ ਜਦੋਂ ਦੁਬਾਰਾ ਸੇਵਾ ਕਰਾਵੇਗਾ ਉਦੋਂ ਸਾਰੀਆਂ ਜਿਹੜੀਆਂ ਪੌੜੀਆਂ ਹਨ ਸਾਰਾ ਜੋ ਪਵਿੱਤਰ ਸਰੋਵਰ ਹੈ ਪੱਕਾ ਹੀ ਬਣੇਗਾ। ਤਿਮ ਸ਼੍ਰੀ ਹਰਿਮੰਦਰ ਕਰਿਓ ਕੰਚਨ ਰਤਨ ਖਚਾਏ। ਅਤੇ ਬਾਅਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਉਸ ਦੀ ਜਿਹੜੀ ਸੇਵਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਵੱਲ ਇਸ਼ਾਰਾ ਹੈ। ਉਸ ਵਕਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਹੋਇਆ ਕਰਦੇ ਸਨ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜਮਰੌਦ ਦੀ ਲੜਾਈ ਜਿੱਤਣੀ ਸੀ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਨੇ ਮਹਾਪੁਰਖਾਂ ਦੇ ਪਾਸ ਆ ਕਰਕੇ ਅਰਦਾਸ ਬੇਨਤੀ ਕਰਵਾਈ, ਮਹਾਪੁਰਖੋ ਕਿਰਪਾ ਕਰੋ ਮੋਰਚਾ ਫਤਿਹ ਹੋ ਜਾਏ। ਪਾਤਸ਼ਾਹ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਇਆ ਕਰਨ ਮੋਰਚਾ ਫਤਿਹ ਹੋਣ ਤੇ ਇਹ ਜੋ ਪਵਿੱਤਰ ਸਥਾਨ ਦੀ ਸੋਨੇ ਦੀ ਸੇਵਾ ਹੈ ਇਹ ਪਾਤਸ਼ਾਹ ਜੀ ਦਇਆ ਕਰਕੇ ਮੇਰੇ ਪਾਸੋਂ ਹੀ ਲੈਣਾ ਕਰਨ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਰਾਜ ਦੀ ਦਾਤ ਦਿੱਤੀ ਹੈ ਤਾਂ ਤੇਰੋ ਕੀਆ ਤੁਝੇ ਕਿਆ ਰਪੋ ਨਾਮ ਤੇਰਾ ਤੋਹੀ ਚਵਰ ਟੁਲਾਰੇ। ਸੋ ਪਾਤਸ਼ਾਹ ਜੀ ਦੇ ਚਰਨਾਂ ਦੀ ਜਿਹੜੀ ਸੇਵਾ ਹੈ ਸੋਨੇ ਦੀ ਸੇਵਾ ਜਿਸ ਦੇ ਵਿੱਚ ਮੈਂ ਹੀਰੇ ਰਤਨ ਜਵਾਹਰਾਤ ਜੜ ਕੇ ਕਰਨੀ ਹੈ।
ਸੋ ਪਾਤਸ਼ਾਹ ਜੀ ਉਸ ਵਕਤ ਆਪਣੇ ਸਿੱਖਾਂ ਦੇ ਨਾਲ ਬਚਨ ਕਰਦੇ ਹਨ, ਜੋ ਸ੍ਰੀ ਹਰਿਮੰਦਰ ਸਾਹਿਬ ਹੈ ਇਸ ਦੀ ਸੋਨੇ ਦੀ ਸੇਵਾ ਵੀ ਮੇਰੇ ਸਿੱਖ ਕਰਨਗੇ। ਸੁਨੋ ਕਥਾ ਸਰ ਬਨਨ ਕੀ ਸ਼੍ਰੀ ਅਰਜਨ ਉਪਕਾਰ। ਇਸ ਪ੍ਰਕਾਰ ਦੀਨ ਦੁਨੀਆ ਦੇ ਵਾਲੀ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਨਾਲ ਆਉਣ ਵਾਲੇ ਭਵਿੱਖਤ ਸਮੇਂ ਦੇ ਨਾਲ ਆਪਣੇ ਸਿੱਖਾਂ ਦੇ ਨਾਲ ਵਿਚਾਰ ਕਰਦੇ ਹਨ ਕਿ ਕਿਵੇਂ ਕਿਵੇਂ ਸ੍ਰੀ ਹਰਿਮੰਦਰ ਸਾਹਿਬ ਇਸ ਦੀ ਪਵਿੱਤਰ ਸੇਵਾ ਹੁੰਦੀ ਰਹੇਗੀ ਤੇ ਸਿੱਖ ਸੰਗਤਾਂ ਕਿਵੇਂ ਕਰਨਗੀਆਂ। ਤੇ ਕਵੀ ਰਾਜੇ ਬੇਨਤੀ ਕਰਦੇ ਹਨ, ਗੁਰੂ ਪਿਆਰੀ ਸੰਗਤ ਜੀ, ਹੁਣ ਜੋ ਅੱਗੇ ਪਵਿੱਤਰ ਸ੍ਰੀ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਹੈ ਉਸ ਦੇ ਪ੍ਰਸੰਗ ਆਪ ਜੀ ਬੜੇ ਪ੍ਰੇਮ ਸਹਿਤ ਸਰਵਣ ਕਰੋ। ਕਾਰ ਕਰਾਵਤ ਤੀਰਥਿਤ ਸ਼੍ਰੀ ਮੁਖ ਬਾਕੀ ਉਚਾਰ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿੱਥੇ ਸੰਗਤ ਜੀ ਜਦੋਂ ਆਪ ਜੀ ਲੰਗਰ ਹਾਲ ਵਾਲੀ ਸਾਈਡ ਤੋਂ ਜਿੱਥੇ ਦੁੱਖ ਭੰਜਨੀ ਬੇਰੀ ਸਾਹਿਬ ਹੈ ਨਾਲ ਹੀ ਮੰਜੀ ਸਾਹਿਬ ਸਥਾਨ ਹੈ, ਉਸ ਪਵਿੱਤਰ ਸਥਾਨ ਉੱਪਰ ਪਾਤਸ਼ਾਹ ਜੀ ਸੁਭਾਏਮਾਨ ਹੋ ਕਰਕੇ ਉਸ ਵਾਲੇ ਪਾਸੇ ਦੀ ਸੇਵਾ ਆਪ ਕਰਵਾਉਂਦੇ ਨੇ। ਅਤੇ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਵਾਲੀ ਬੇਰੀ ਹੈ ਉਸ ਵਾਲੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਅਗਵਾਈ ਕਰਦੇ ਨੇ। ਅਤੇ ਜਿੱਥੇ ਬਾਬਾ ਦੀਪ ਸਿੰਘ ਜੀ ਵਾਲਾ ਸਥਾਨ ਹੈ ਜਿਸ ਪਾਸੇ, ਉਸ ਪਾਸੇ ਦੀ ਸੇਵਾ ਬ੍ਰਹਮ ਗਿਆਨੀ ਭਾਈ ਸਾਹਲੋ ਸਾਹਿਬ ਜੀ ਕਰਦੇ ਹਨ। ਅਤੇ ਜੋ ਦਰਸ਼ਨੀ ਦਿਉੜੀ ਵਾਲਾ ਪਾਸਾ ਹੈ ਉਸ ਪਾਸੇ ਦੀ ਜਿਹੜੀ ਸੇਵਾ ਹੈ ਸਤਿਕਾਰਯੋਗ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਕਰਦੇ ਹਨ। ਸੋ ਚਾਰ ਦਿਸ਼ਾਵਾਂ ਦੀ ਹਰ ਪ੍ਰਕਾਰ ਦੀ ਜਿਹੜੀ ਸੇਵਾ ਹੈ ਸਤਿਗੁਰੂ ਜੀ ਆਪ ਤੇ ਉਹਨਾਂ ਦੇ ਜਿਹੜੇ ਬੜੇ ਸਤਿਕਾਰਯੋਗ ਬ੍ਰਹਮ ਗਿਆਨੀ ਹਨ, ਸਿੱਖ ਹਨ, ਸੰਗਤਾਂ ਦੀ ਅਗਵਾਈ ਕਰਦਿਆਂ ਹੋਇਆਂ ਕਰਵਾਉਂਦੇ ਹਨ। ਅਨਗਨ ਨਰ ਕੀ ਪੀਰ ਵੈ ਚਾਰੋਂ ਦਿਸ਼ ਮੈਂ ਲਾਗ। ਅਤੇ ਬਹੁਤ ਜ਼ਿਆਦਾ ਸਿੱਖ ਸੰਗਤਾਂ ਸੇਵਾ ਨੂੰ ਕਰਨ ਵਾਸਤੇ ਆਈਆਂ ਹੋਈਆਂ ਹਨ। ਬੜੀ ਸ਼ਰਧਾ ਭਾਵਨਾ ਦੇ ਸਹਿਤ ਸੰਗਤਾਂ ਸਰੋਵਰ ਦੇ ਵਿੱਚ ਜੋ ਸੇਵਾ ਹੈ ਮਿੱਟੀ ਪੁੱਟਣ ਦੀ, ਚਾਹੇ ਇੱਟਾਂ ਲਿਆਉਣ ਦੀ, ਚਾਹੇ ਚੂਨਾ ਲਿਆ ਕਰਕੇ ਮਿਸਤਰੀਆਂ ਨੂੰ ਦੇਣ ਦੀ, ਸਾਰੀ ਸੰਗਤਾਂ ਹਰ ਪ੍ਰਕਾਰ ਦੀ ਸੇਵਾ ਕਰਦੀਆਂ ਹਨ। ਜਿਨੇ ਖਨੇ ਗੁਰ ਗੁਰ ਪਨੇ ਭਜਨ ਭਗਤ ਵੱਡ ਪਾਗ। ਅਤੇ ਜਿਹੜੀਆਂ ਸੰਗਤਾਂ ਹਨ ਉਹ ਜ਼ਿਆਦਾਤਰ ਮਿੱਟੀ ਦੇ ਤਾਈ ਜਿਹੜੀ ਸਰੋਵਰ ਦੇ ਵਿੱਚੋਂ ਮਿੱਟੀ ਪੱਟੀ ਜਾਂਦੀ ਹੈ ਬੱਠਲਾਂ ਦੇ ਵਿੱਚ ਪਾ ਕਰਕੇ, ਟੋਕਰਿਆਂ ਦੇ ਵਿੱਚ ਪਾ ਕਰਕੇ ਬਾਹਰ ਸੰਗਤਾਂ ਸੱਟਣਾ ਕਰਦੀਆਂ ਹਨ। ਅਤੇ ਕੁਝ ਸੰਗਤਾਂ ਮਿਸਤਰੀਆਂ ਦੇ ਤਾਈ ਜੋ ਇੱਟਾਂ ਹਨ ਲਿਆ ਕਰਕੇ ਦੇਣਾ ਕਰਦੀਆਂ ਹਨ। ਅਤੇ ਕੋਈ ਵਡੇਰਾ ਤਾਂ ਮਿਸਤਰੀਆਂ ਦੇ ਪਾਸ ਬੈਠ ਕਰਕੇ ਜਿਹੜੀਆਂ ਇੱਟਾਂ ਹਨ ਉਹਨਾਂ ਦੇ ਤਾਏ ਫੜਾਉਣਾ ਕਰਦਾ ਹੈ। ਚੌਪਈ ਸ਼੍ਰੀ ਲక్ష్ਮੀ ਪਤ ਏਕੰਕਾਰ। ਸੋ ਕਵੀ ਰਾਜੀ ਜ਼ਿਕਰ ਕਰਦੇ ਹਨ, ਭਾਈ ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਆ ਕਰਕੇ ਸੇਵਾ ਕਰਦੇ ਹਨ ਤੇ ਸੇਵਾ ਕਰਦਿਆਂ ਹੋਇਆਂ ਵੀ ਵਾਹਿਗੁਰੂ 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 ਜਪਦੇ ਹਨ ਜਿਨ੍ਹਾਂ ਦੇ ਵੱਡੇ ਭਾਗ ਨੇ। ਸੋ ਕਵੀ ਰਾਜੀ ਜ਼ਿਕਰ ਕਰਦੇ ਹਨ, ਜੋ ਮਾਇਆ ਦਾ ਪਤੀ ਭਾਵ ਅਕਾਲ ਪੁਰਖ ਵਾਹਿਗੁਰੂ ਜੋ ਅਦਵੈਤ ਸਰੂਪ ਹੈ। ਜਗ ਸਿਰਜਨ ਪਾਲਨ ਸੰਹਾਰ। ਜੋ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਕਰਨ ਵਾਲਾ, ਜੋ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਜੋ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦੀ ਲਹਿਤਾ ਕਰਨ ਵਾਲਾ ਹੈ। ਤੀਨ ਲੋਕ ਸੁਆਮੀ ਵੱਡ ਚੀਨ। ਜਿਨ੍ਹਾਂ ਨੂੰ ਸਾਰੀ ਕਾਇਨਾਤ ਦਾ ਮਾਲਕ ਜਾਣਿਆ ਜਾਂਦਾ ਹੈ। ਦੀਨ ਦਿਆਲ ਨਿਜ ਭਗਤ ਅਧੀਨ। ਜੋ ਅਕਾਲ ਪੁਰਖ ਵਾਹਿਗੁਰੂ ਦੀਨਾਂ ਉੱਪਰ ਕਿਰਪਾ ਕਰਨ ਵਾਲਾ ਹੈ, ਦਇਆ ਕਰਨ ਵਾਲਾ ਹੈ ਤੇ ਆਪਣੇ ਭਗਤਾਂ ਦਾ ਹਮੇਸ਼ਾ ਹੀ ਅਨੁਸਾਰੀ ਰਹਿੰਦਾ ਹੈ। ਸੱਚਖੰਡ ਮੈਂ ਸਭ ਵਿਦ ਜਾਨੀ। ਸੱਚਖੰਡ ਦੇ ਵਿੱਚ ਸੁਭਾਏਮਾਨ ਹਨ, ਸੱਚਖੰਡ ਵਸੈ ਨਿਰੰਕਾਰ। ਅਕਾਲ ਪੁਰਖ ਵਾਹਿਗੁਰੂ ਜੀ ਸੱਚਖੰਡ ਦੇ ਵਿੱਚ ਸੁਭਾਏਮਾਨ ਹਨ। ਸਭ ਪ੍ਰਕਾਰ ਦੇ ਨਾਲ ਉਹਨਾਂ ਨੇ ਆਪਣੇ ਸਰਗੁਣ ਸਰੂਪ ਨੂੰ ਜਿਸ ਵਕਤ ਮਾਤ ਲੋਕ ਦੇ ਉੱਪਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਜਗਤ ਜਲੰਦੇ ਨੂੰ ਤਾਰਨ ਵਾਸਤੇ ਮਹਾਨ ਕਾਰ ਸੇਵਾ ਆਰੰਭੀ ਹੋਈ ਹੈ ਜਾਣਿਆ। ਆਪਨ ਸਮੀਪਨ ਸਾਥ ਬਖਾਨੀ। ਸੋ ਆਪਣੇ ਸਭਾ ਦੇ ਵਿੱਚ ਜਿਤਨੇ ਵੀ ਬ੍ਰਹਮ ਗਿਆਨੀ ਮਹਾਂਪੁਰਖ ਹਨ, ਦੇਵੀ ਦੇਵਤੇ ਹਨ, ਉਹਨਾਂ ਦੇ ਨਾਲ
ਅਕਾਲ ਪੁਰਖ ਵਾਹਿਗੁਰੂ ਨੇ ਬਚਨ ਬਿਲਾਸ ਕੀਤੇ। ਸ੍ਰੀ ਨਾਨਕ ਤਨ ਕੋ ਮੈਂ ਧਾਰਿਓ। ਭਾਈ ਕਲਯੁਗ ਦੇ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਅਕਾਲ ਪੁਰਖ ਵਾਹਿਗੁਰੂ ਬਚਨ ਕਰਦੇ ਹਨ, ਮੈਂ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਦਾ ਸਰੂਪ ਮੈਂ ਧਾਰਿਆ ਹੈ। ਨਰਕ ਪਰਨ ਤੇ ਨਰਨ ਉਬਾਰਿਓ। ਅਤੇ ਕਲਯੁਗ ਦੇ ਵਿੱਚ ਜਿਹੜਾ ਪ੍ਰਾਣੀ ਹੈ ਉਹ ਮਾੜੇ ਕਰਮਾਂ ਨੂੰ ਬੜਾ ਕਰਦਾ ਹੈ, ਕਿਉਂਕਿ ਕਲਯੁਗ ਦਾ ਪ੍ਰਭਾਵ ਹੀ ਐਸਾ, ਕਈਆਂ ਬੰਦਿਆਂ ਦੇ ਕਰਮ ਹੀ ਐਸੇ ਹੁੰਦੇ ਹਨ, ਮੱਲੋ ਮੱਲੀ ਮਾੜਾ ਕੰਮ ਉਹਨਾਂ ਪਾਸ ਹੋ ਹੀ ਜਾਂਦਾ। ਸੋ ਪਾਤਸ਼ਾਹ ਜੀ ਐਸੇ ਨਿਖਿੱਧ ਤੋਂ ਨਿਖਿੱਧ ਕਰਮ ਕਰਨ ਵਾਲਿਆਂ ਦਾ ਵੀ ਭਲਾ ਕਰਨਾ ਚਾਹੁੰਦੇ ਹਨ। ਸੋ ਪਾਤਸ਼ਾਹ ਜੀ ਉਸ ਵਕਤ ਆਪਣੀ ਸਭਾ ਦੇ ਵਿੱਚ ਬਚਨ ਕਰਦੇ ਹਨ ਕਿ ਹੁਣ ਜਿਹੜੇ ਕਲਯੁਗ ਦੇ ਵਿੱਚ ਜਿਹੜੇ ਪ੍ਰਾਣੀ ਹਨ ਉਹਨਾਂ ਨੂੰ ਮੈਂ ਨਰਕ ਵਿੱਚ ਜਾਣ ਤੋਂ ਬਚਾਉਣਾ ਹੈ, ਉਹਨਾਂ ਨੂੰ ਮੈਂ ਸੱਚਖੰਡ ਦੇ ਵਿੱਚ ਹੀ ਲੈ ਕੇ ਆਉਣਾ ਹੈ। ਅਬ ਸਰੂਪ ਪੰਚਮ ਤਿਨ ਕੀਰਾ। ਹੁਣ ਮੈਂ ਜੋ ਆਪਣੀ ਜੋਤ ਹੈ ਪੰਜਵੇਂ ਜਾਮੇ ਦੇ ਵਿੱਚ ਟਿਕਾਈ ਹੋਈ ਹੈ। ਭੰਨ ਮਥਰਾ ਭੱਟ ਮਥਰਾ ਜੀ ਹਨ, ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਰਤਪੁਰ ਸਾਹਿਬ ਦੀ ਜੰਗ ਦੇ ਵਿੱਚ ਜੋ ਸ਼ਹਾਦਤ ਦਾ ਜਾਮ ਪੀਣਾ ਕੀਤਾ। ਭੱਟ ਮਥਰਾ ਜੀ ਕਹਿੰਦੇ ਹਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਖਸੀਅਤ ਕੈਸੀ ਹੈ, ਕਹਿੰਦੇ ਹਨ ਗੁਰ ਅਰਜਨ ਪ੍ਰਤੱਖ ਹਰ। ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਾਖਸ਼ਾਤ ਸਰੂਪ ਹਨ। ਸ੍ਰੀ ਅਰਜਨ ਹਿਤ ਜਗਤ ਵਡੇਰਾ। ਇਸ ਕਲਯੁਗ ਦੇ ਸਮੇਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਗਤ ਦੇ ਸਭ ਤੋਂ ਵੱਡੇ ਜਗਤ ਗੁਰੂ ਹਨ, ਜਗਤ ਨੂੰ ਤਾਰਨ ਵਾਲੇ ਹਨ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮਹਿ ਬੂਢਤ ਥੇ, ਕਬਹੂ ਮਿਟਹਿ ਨਹੀਂ ਰੇ ਪਛਤਾਇਓ। ਤਤ ਵਿਚਾਰ यह मथुरा जग तारन को अवतार बनायो। जपियो जिन अर्जन देव गुरु, फिर संकट जोन गर बनायो। ਪਾਤਸ਼ਾਹ ਜੀ 84 ਨੂੰ ਕੱਟਣ ਵਾਲੇ ਹਨ, ਸੱਚਖੰਡ ਵਿੱਚ ਆਪਣੇ ਸੇਵਕਾਂ ਨੂੰ ਥਾਂ ਦੇਣ ਵਾਲੇ ਹਨ। ਭਗਤ ਬੀਸ ਮੈਂ ਛਪੀ ਵਿਸਾਲੀ। ਅਤੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਬਚਨ ਕਰਦੇ ਹਨ, ਜੋ ਭਗਤਾਂ ਦਾ ਸਰੂਪ ਹੈ, ਭਗਤੀ ਦਾ ਜੇਕਰ ਕਿਸੇ ਨੇ ਸਰੂਪ ਵੇਖਣਾ ਹੋਵੇ ਭਗਤੀ ਹੁੰਦੀ ਕਿੱਦਾਂ ਦੀ ਹੈ, ਉਹ ਅਸੀਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਰੂਪ ਨੂੰ ਧਾਰ ਕਰਕੇ ਵਿਖਾਈ ਹੈ। ਜਿਹੜੀ ਭਗਤੀ ਹਮੇਸ਼ਾ ਹੀ ਆਮ ਲੋਕਾਂ ਦੇ ਵਿੱਚੋਂ ਲੁਕੀ ਛਿਪੀ ਰਹਿੰਦੀ ਹੈ, ਉਸ ਦਾ ਅਸੀਂ ਜਿਹੜਾ ਸਰੂਪ ਹੈ, ਨਿਮਰਤਾ ਦੇ ਪੁੰਜ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ ਜਿੰਨੀਆਂ ਵੀ ਆਉਦੀਆਂ ਹਨ, ਇਹਨਾਂ ਦੇ ਵਿੱਚ ਸੱਚ ਸੱਚਾਈ ਹੈ। ਸੋ ਪਾਤਸ਼ਾਹ ਜੀ ਨੇ ਸਭ ਕੁਝ ਸਹਾਰ ਕਰਕੇ ਤਤੀਆਂ ਤਵੀਆਂ ਤੇ ਬੈਠ ਕਰਕੇ ਵੀ ਵਿਖਾ ਦੇਣਾ ਕੀਤਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਨਿਹਵਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸੋ ਐਸੇ ਪਾਤਸ਼ਾਹ ਜੀ ਹਨ। ਚਾਹਤ ਭਗਤ ਪੰਥ ਕੋ ਪਾਲੀ। ਜੋ ਪਾਤਸ਼ਾਹ ਜੀ ਹਮੇਸ਼ਾ ਹੀ ਮਾਨਵਤਾ ਨੂੰ ਗਿਆਨ, ਵੈਰਾਗ, ਭਗਤੀ ਦੇ ਰਸਤੇ ਤੇ ਸਾਰੀ ਮਾਨਵਤਾ ਨੂੰ ਤੋਰਨਾ ਚਾਹੁੰਦੇ ਹਨ। ਇਸ ਉਪਾਏ ਮੈਂ ਲਗੇ ਮਹਾਨਾ। ਇਸ ਉਪਾਅ ਦੇ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਿਨ ਰਾਤ ਲੱਗੇ ਰਹਿੰਦੇ ਹਨ। ਫਿਰੇ ਸਦੀਵ ਨਰਨ ਕਲਿਆਣਾ। ਪਾਤਸ਼ਾਹ ਜੀ ਹਮੇਸ਼ਾ ਰਹਿੰਦੀ ਦੁਨੀਆ ਤੱਕ ਸਾਰੀ ਮਾਨਵਤਾ ਦਾ ਭਲਾ ਹੀ ਕਰਨਾ ਚਾਹੁੰਦੇ ਹਨ। ਸੁਦਾ ਸਰੋਵਰ ਕੋ ਸਿਰਜਾਵਤ। ਇਸ ਕਰਕੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ, ਭਾਵੇਂ ਸਰੀਰ ਕਰਕੇ ਅਸੀਂ ਰਹੀਏ ਜਾਂ ਨਹੀਂ ਨਾ ਰਹੀਏ, ਇਹ ਜੋ ਪਵਿੱਤਰ ਸਥਾਨ ਹੈ, ਜਿਹੜਾ ਵੀ ਇਸ ਪਵਿੱਤਰ ਸਥਾਨ ਤੇ ਆਵੇਗਾ ਉਸ ਦਾ ਜਿਹੜਾ ਜੰਮਣ ਮਰਨ ਹੈ ਖਤਮ ਹੋ ਜਾਏਗਾ। ਸੋ ਪਾਤਸ਼ਾਹ ਜੀ ਬਚਨ ਕਰਦੇ ਹਨ, ਜਗਤ ਨੂੰ ਤਾਰਨ ਵਾਸਤੇ ਪਾਤਸ਼ਾਹ ਜੀ ਹਮੇਸ਼ਾ ਹੀ ਪਰਉਪਕਾਰ ਵਿੱਚ ਲੱਗੇ ਰਹਿੰਦੇ ਹਨ ਅਤੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਆਰੰਭੀ ਹੋਈ ਹੈ। ਮਹਾ ਮਹਾਤਮ ਕੋ ਦਿਪਤਾਵਤ। ਅਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਦਾ ਬੜਾ ਮਹਾਤਮ ਹੈ। ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ, ਕਊਆ ਹੰਸ ਹੋਏ ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾਵਹਿ ਆਏ, ਉਨ ਜਨਮ ਜਨਮ ਕੀ ਮੈਲ ਉਤਰੈ। ਪਾਤਸ਼ਾਹ ਜੀ ਬਚਨ ਕਰਦੇ ਹਨ, ਉਹਨਾਂ ਦੀ ਜਨਮਾਂ ਜਨਮਾਂ ਦੀ ਜਿਹੜੀ ਮੈਲ ਉਤਰ ਜਾਏਗੀ, ਨਿਰਮਲ ਨਾਮ ਦ੍ਰਿੜਾਏ,
ਜੋ ਸ਼ੁੱਧ ਪ੍ਰਮਾਤਮਾ ਦਾ ਨਾਮ ਹੈ ਉਹਨਾਂ ਦੇ ਹਿਰਦਿਆਂ ਦੇ ਵਿੱਚ ਦ੍ਰਿੜ ਹੋ ਜਾਏਗਾ, ਪਰਪੱਕ ਹੋ ਜਾਏਗਾ। ਕਰਿਓ ਚੈਤ ਵਿੱਚ ਸ੍ਰੀ ਹਰਿਮੰਦਰ। ਸੋ ਪਾਤਸ਼ਾਹ ਜੀ ਅੰਮ੍ਰਿਤ ਸਰੋਵਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਸਥਾਪਿਤ ਕਰਨਾ ਚਾਹੁੰਦੇ ਹਨ। ਅਵਨੀ ਤਲ ਮੈਂ ਅਦਭੁਤ ਸੁੰਦਰ। ਸੋ ਸਾਰੀ ਕਾਇਨਾਤ ਦੇ ਵਿੱਚ ਇਹ ਮਾਤ ਲੋਕ ਤੇ ਸਾਰੀ ਧਰਤੀ ਦੇ ਉੱਪਰ ਸਰਵ ਸ੍ਰੇਸ਼ਟ ਤੀਰਥ ਅਸਥਾਨ ਹੈ। ਜਿਸ ਮੈਂ ਭਜਨ ਪਰਵਿਰਤੈ ਮਹਾ। ਜਿਸ ਦੇ ਵਿੱਚ ਅੱਠੇ ਪੈਰ ਜੋ ਭਜਨ ਬੰਦਗੀ ਹੈ, ਸੇਵਾ ਸਿਮਰਨ ਹੈ, ਨਾਮ ਬਾਣੀ ਦੇ ਪ੍ਰਵਾਹ ਹਨ, ਅੰਮ੍ਰਿਤ ਕੀਰਤਨ ਦਾ ਪ੍ਰਵਾਹ, ਸ਼ਬਦ ਬਾਣੀ ਦਾ ਪ੍ਰਵਾਹ ਹਮੇਸ਼ਾ ਹੀ ਚੱਲਿਆ ਕਰੇਗਾ। ਚੌਂ ਦਿਸ਼ ਕੀ ਨਰ ਨਮਰੇ ਤਹਾਂ। ਅਤੇ ਚਾਰ ਦਿਸ਼ਾਵਾਂ ਤੋਂ ਚਾਰ ਵਰਨਾਂ ਦੇ ਜਿਹੜੇ ਮਾਨਵ ਹਨ, ਲੋਕ ਹਨ, ਆਇਆ ਕਰਨਗੇ। ਭਗਤ ਨਿਰੰਤਰ ਅੰਤਰ ਹੋਏ। ਹਮੇਸ਼ਾ ਹੀ ਇਸ ਪਵਿੱਤਰ ਅਸਥਾਨ ਉੱਪਰ ਆ ਕਰਕੇ ਜਿਹੜੀ ਭਗਤੀ ਹੈ ਲਗਾਤਾਰ ਹੋਇਆ ਕਰੇਗੀ। ਮੋਕੋ ਸਿਮਰੇਂਗੇ ਸਭ ਕੋਏ। ਅਤੇ ਅਕਾਲ ਪੁਰਖ ਵਾਹਿਗੁਰੂ ਆਪਣੀ ਸਭਾ ਦੇ ਵਿੱਚ ਬਚਨ ਕਰਦੇ ਹਨ, ਜਿਹੜੇ ਕਲਯੁਗੀ ਜੀਵ ਹਨ ਜਦੋਂ ਇਸ ਪਵਿੱਤਰ ਅਸਥਾਨ ਉੱਪਰ ਆਉਣਗੇ ਨਾ, ਤਾਂ ਹਮੇਸ਼ਾ ਬੜੇ ਪ੍ਰੇਮ ਦੇ ਸਹਿਤ ਕੀਰਤਨ ਨੂੰ, ਬੜੇ ਪ੍ਰੇਮ ਦੇ ਸਹਿਤ ਬਾਣੀ ਨੂੰ ਸਰਵਣ ਕਰਿਆ ਕਰਨਗੇ ਤੇ ਸ਼ਰਧਾ ਭਾਵਨਾ ਧਾਰ ਕਰਕੇ ਸੇਵਾ ਕਰਿਆ ਕਰਨਗੇ। ਹਮੇਸ਼ਾ ਜਿਹੜਾ ਉਹਨਾਂ ਦਾ ਮਨ ਹੈ ਮੇਰੇ ਚਰਨਾਂ ਦੇ ਵਿੱਚ ਜੁੜਿਆ ਰਹੇਗਾ। ਦੰਭ ਬਹੀਨੇ ਪ੍ਰੇਮ ਪ੍ਰਬੀਨ। ਅਤੇ ਮੇਰੇ ਜਿਹੜੇ ਸਿੱਖ ਹਨ ਉਹ ਬੜੇ ਸਿਆਣੇ ਹੋ ਜਾਣਗੇ, ਸੂਝਵਾਨ ਹੋ ਜਾਣਗੇ, ਸਮੱਤਵਾਨ ਹੋ ਜਾਣਗੇ ਅਤੇ ਪਖੰਡਾਂ ਤੋਂ ਰਹਿਤ ਹੋ ਕਰਕੇ ਮੇਰਾ ਨਾਮ ਜਪਿਆ ਕਰਨਗੇ। ਹੋਏ ਕੀਰਤਨ ਮੈਂ ਲਿਵਲੀਨ। ਅਤੇ ਜਿਹੜੇ ਗੁਰਮੁਖ ਪਿਆਰੇ ਹਨ, ਕੀਰਤਨ ਸਰਵਣ ਕਰਨ ਦੇ ਵਿੱਚ, ਕਥਾ ਕੀਰਤਨ ਦੇ ਪ੍ਰਵਾਹ ਨੂੰ ਸਰਵਣ ਕਰਨ ਦੇ ਵਿੱਚ ਜਿਹੜੀ ਬਿਰਤੀ ਹੈ ਹਮੇਸ਼ਾ ਲਗਾ ਕਰਕੇ ਰੱਖਣਗੇ। ਕੀਰਤਨ ਕਰਨ ਵਾਲੇ, ਕਥਾ ਕਰਨ ਵਾਲੇ, ਬਾਣੀ ਪੜਨ ਵਾਲੇ ਇੱਕ ਰਸ ਹੋ ਕਰਕੇ ਬਾਣੀ ਪੜਿਆ ਕਰਨਗੇ ਅਤੇ ਇੱਕ ਰਸ ਇੱਕ ਚਿੱਤ ਹੋ ਕਰਕੇ ਸਾਰੀਆਂ ਸਿੱਖ ਸੰਗਤਾਂ ਹਰ ਜਸ ਸਰਵਣ ਕਰਿਆ ਕਰਨਗੀਆਂ। ਮੋਕੋ ਸਦਾ ਭਗਤ ਹੈ ਪਿਆਰੀ। ਸੋ ਭਾਈ ਮੈਨੂੰ ਸਭ ਤੋਂ ਜ਼ਿਆਦੀ ਜੇਕਰ ਸੰਸਾਰ ਦੇ ਵਿੱਚ ਪਿਆਰੀ ਵਸਤੂ ਹੈ ਉਹ ਭਗਤੀ ਹੈ, ਭਾਵ ਆਪਣੇ ਇਸ਼ਟ ਗੁਰੂ ਦੀ ਸੇਵਾ ਕਰਨੀ। ਰੋ ਬਨਿਓ ਜਨ ਕੀ ਅਨੁਸਾਰੀ। ਮੈਂ ਤਾਂ ਹਮੇਸ਼ਾ ਹੀ ਆਪਣੇ ਸੇਵਕ ਦੇ ਅਨੁਸਾਰ, ਜਿਵੇਂ ਮੇਰਾ ਸੇਵਕ ਚਾਹੁੰਦਾ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕੀਤੇ ਤਾਂ ਸਿੰਘਾਂ ਨੇ ਬਚਨ ਕੀਤੇ, ਪਾਤਸ਼ਾਹ ਜੀ ਬਚਨ ਬਹੁਤ ਵੱਡੇ ਕਰ ਦਿੱਤੇ, ਇਹ ਕਿਤਨੀ ਦੇਰ ਤੱਕ ਰਹਿਣਗੇ? ਪਾਤਸ਼ਾਹ ਜੀ ਬਚਨ ਕੀਤੇ ਹਨ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਿਸ ਵਕਤ ਮੇਰਾ ਸਾਰਾ ਖਾਲਸਾ ਰਹਿਤ ਮਰਿਆਦਾ ਵਿੱਚ ਤਿਆਰ ਬਰ ਤਿਆਰ ਹੋਏ ਕਰੇਗਾ ਤਾਂ ਮੈਂ ਆਪਣੀ ਸਾਰੀ ਜਿਹੜੀ ਸ਼ਕਤੀ ਹੈ ਖਾਲਸੇ ਨੂੰ ਦੇ ਦਵਾਂਗਾ। ਜਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਦੋਂ ਇਹ ਉਲਟ ਰੀਤੀਆਂ ਕਰੇਗਾ, ਜਦੋਂ ਰਹਿਤ ਮਰਿਆਦਾ ਨੂੰ ਛੱਡ ਦੇਣਾ ਕਰੇਗਾ, ਤਾਂ ਮੈਂ ਇਹਨਾਂ ਦਾ ਸਾਰਾ ਤੇਜ ਪ੍ਰਤਾਪ, ਇਹਨਾਂ ਦਾ ਰਾਜ ਹੈ, ਖੋਹ ਲੈਣਾ ਕਰਾਂਗਾ। ਸੋ ਜਿਹੜੇ ਰਹਿਤ ਮਰਿਆਦਾ ਵਿੱਚ ਤਿਆਰ ਬਰ ਤਿਆਰ ਹੋਇਆ ਕਰਨਗੇ, ਨਾਮ ਬਾਣੀ ਸੇਵਾ ਸਿਮਰਨ ਕਰਿਆ ਕਰਨਗੇ, ਭਾਵੇਂ ਰਾਜ ਨਾ ਵੀ ਹੋਵੇ, ਉਹ ਫਿਰ ਵੀ ਉਹਨਾਂ ਦਾ ਜਿਹੜਾ ਜੀਵਨ ਹੈ ਰਾਜ ਰਾਜਿਆਂ ਵਰਗਾ ਹੀ ਹੋਵੇਗਾ। ਪਰ ਜਿਹੜੇ ਰਹਿਤ ਮਰਿਆਦਾ ਵਿੱਚ ਤਿਆਰ ਬਰ ਤਿਆਰ ਨਹੀਂ ਹੋਣਗੇ, ਉਹਨਾਂ ਦਾ ਮੈਂ ਤੇਜ ਖੋਹ ਲਵਾਂਗਾ। ਭਗਤ ਬੇਖ ਤਰ ਬਿਦਤਿਓ ਜੈਸੇ। ਸੋ ਅਕਾਲ ਪੁਰਖ ਵਾਹਿਗੁਰੂ ਬਚਨ ਕਰਦੇ ਹਨ, ਭਾਈ ਜਿਵੇਂ ਭਗਤੀ ਦਾ ਜਿਹੜਾ ਮੈਂ ਰੂਪ ਕਲਯੁਗ ਦੇ ਵਿੱਚ ਗੁਰੂ ਅਰਜਨ ਦੇ ਰੂਪ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਭਗਤ ਬਸੀ ਦਿਖ ਰਾਮੋ ਤੈਸੇ। ਅਤੇ ਹੁਣ ਮੈਂ ਭਗਤਾਂ ਦੇ ਵਾਸਾਂ, ਭਗਤਾਂ ਦੇ ਅਧੀਨ ਹਾਂ, ਇਹ ਮੈਂ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਵਿਖਾਉਣਾ ਹੈ। ਅਬ ਮੈਂ ਸਰ ਕੀ ਕਾਰ ਕਮਾਵੋ। ਸੋ ਹੁਣ ਭਾਈ ਜਿਹੜਾ ਪਾਵਨ ਪਵਿੱਤਰ ਅਸਥਾਨ ਗੁਰੂ ਅਰਜਨ ਦੇ ਰੂਪ ਦੇ ਵਿੱਚ ਮੈਂ ਪ੍ਰਗਟ ਕਰ ਰਿਹਾ ਹਾਂ, ਹੁਣ ਮੈਨੂੰ ਆਪ ਵੀ ਜਾ ਕਰਕੇ ਮੈਂ ਉੱਥੇ ਪਵਿੱਤਰ ਸਰੋਵਰ ਦੀ ਸੇਵਾ ਖੁਦ ਜਾ ਕਰਕੇ ਕਰਾਂਗਾ। ਛਪਨ ਈਤ ਬਪ ਕੋ ਪਲਟਾਵੋ। ਅਤੇ ਉਸ ਵਕਤ ਅਕਾਲ ਪੁਰਖ ਵਾਹਿਗੁਰੂ ਬਚਨ ਕਰਦੇ ਹਨ, ਹੁਣ ਅੰਮ੍ਰਿਤ ਸਰੋਵਰ ਦੀ ਸੇਵਾ ਕਰਨ ਵਾਸਤੇ ਮੈਂ ਜਾਵਾਂਗਾ ਅਤੇ ਕਿਤੇ ਮੈਨੂੰ ਆਮ ਮਨੁੱਖ ਨਾ ਵੇਖ ਲੈਣ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਮਰਿਆਦਾ ਪੁਰਸ਼ੋਤਮ ਹੈ। ਮੈਨੂੰ ਕੇਵਲ ਤੇ ਕੇਵਲ ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ, ਸ਼ਰਧਾ ਭਾਵਨਾ ਵਾਲੇ ਹੀ ਵੇਖ ਸਕਣ। ਇਸ ਵਾਸਤੇ ਇਹ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ
ਮੈਂ ਆਪਣਾ ਜਿਹੜਾ ਆਮ ਮਨੁੱਖਾਂ ਤੋਂ ਸਰੀਰ ਹੈ ਉਹ ਬਦਲ ਕਰਕੇ ਜਾਣਾ ਹੈ, ਭਾਵ ਆਮ ਮਨੁੱਖਾਂ ਵਾਲਾ ਸਰੀਰ ਧਾਰ ਕੇ ਜਾਵਾਂਗਾ। ਇਮ ਕੈ ਕਰ ਮਧੂਸੂਦਨ ਮਾਦੋ। ਇਸ ਪ੍ਰਕਾਰ ਆਪਣੀ ਸਭਾ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਨ ਬਿਲਾਸ ਕਰਕੇ ਮਧੂਸੂਦਨ ਨੇ ਮਾਇਆ ਦੇ ਪਤੀ ਪਰਮਾਤਮਾ ਨੇ ਬਨ ਮਜੂਰ ਤਨ ਕਟ ਪਟ ਬਾਦੋ। ਉਸ ਸਮੇਂ ਇੱਕ ਮਜ਼ਦੂਰ ਦਾ ਜਿਹੜਾ ਸਰੀਰ ਹੈ ਧਾਰਨ ਕਰ ਲੈਣਾ ਕੀਤਾ ਅਤੇ ਆਪਣੇ ਲੱਕ ਦੇ ਨਾਲ ਜੋ ਕਮਰ ਕੱਸਾ ਹੈ ਕਰ ਲੈਣਾ ਕੀਤਾ। ਕਹੀ ਕੰਧ ਖਨ ਬੇਹਿਤ ਧਾਰੀ। ਅਤੇ ਪਵਿੱਤਰ ਅੰਮ੍ਰਿਤ ਸਰੋਵਰ ਦੇ ਵਿੱਚੋਂ ਮਿੱਟੀ ਪੁੱਟਣ ਦੀ ਜਿਹੜੀ ਸੇਵਾ ਹੈ ਕਰਨ ਵਾਸਤੇ ਜਿਹੜੀ ਕਹੀ ਹੈ ਆਪਣੇ ਹੱਥ ਦੇ ਵਿੱਚ ਲੈ ਲੈਣਾ ਕੀਤੀ। ਗਹੀ ਟੋਕਰੀ ਹਾਥ ਮਜਾਰੀ। ਅਤੇ ਦੂਸਰੇ ਹੱਥ ਦੇ ਵਿੱਚ ਜਿਹੜੀ ਟੋਕਰੀ ਹੈ ਜਿਸ ਵਿੱਚ ਮਿੱਟੀ ਪੁੱਟ ਕਰਕੇ ਰੱਖਣੀ ਹੈ ਤੇ ਬਾਹਰ ਸੱਟਣੀ ਹੈ ਲੈ ਲੈਣਾ ਕੀਤੀ। ਮਹਿਮਾ ਭਗਤਨ ਕੀ ਵੱਡ ਕਾਰਨ। ਸੋ ਆਪਣੇ ਭਗਤਾਂ ਦੀ ਸੰਸਾਰ ਦੇ ਵਿੱਚ ਵਡਿਆਈ ਪ੍ਰਗਟ ਕਰਨ ਵਾਸਤੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਭਾਈ ਜਿਹੜਾ ਵੀ ਸੰਸਾਰ ਦੇ ਵਿੱਚ ਜੈਸੀ ਵੀ ਵਡਿਆਈ ਲੈਣਾ ਚਾਹੁੰਦਾ ਹੈ, ਜੈਸਾ ਸਤਿਕਾਰ ਚਾਹੁੰਦਾ ਹੈ ਕਿ ਲੋਕੀ ਮੇਰਾ ਦਿਲੋਂ ਸਤਿਕਾਰ ਕਰਨ, ਤਾਂ ਦਿਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਤਿਕਾਰ ਕਰੇ। ਜੇਕਰ ਸੰਸਾਰ ਦੇ ਵਿੱਚ ਬੰਦਾ ਚਾਹੁੰਦਾ ਹੈ ਕਿ ਲੋਕੀ ਮੇਰੇ ਆਖੇ ਦੇ ਅਨੁਸਾਰ ਲੱਗਣ, ਤਾਂ ਉਹੀ ਸਿੱਖ ਬੜੀ ਸ਼ਰਧਾ ਭਾਵਨਾ ਧਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਬਚਨਾਂ ਨੂੰ ਮੰਨ ਕਰਕੇ ਭਰੋਸਾ ਧਾਰ ਕੇ ਕਮਾਏ। ਜੋ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਤੂੰ ਗੁਰੂ ਦੇ ਆਖੇ ਲੱਗ ਤੇ ਸਾਰੀ ਦੁਨੀਆ ਤੇਰੇ ਆਖੇ ਲੱਗੇਗੀ, ਤੇਰੇ ਕਹਿਣੇ ਵਿੱਚ ਚੱਲੇਗੀ। ਸੋ ਪਾਤਸ਼ਾਹ ਜੀ ਬਚਨ ਕਰਦੇ ਹਨ, ਜੋ ਜੈਸੀ ਵੀ ਵਡਿਆਈ ਕਰਨਾ ਚਾਹੁੰਦਾ ਹੈ, ਜੈਸੀ ਵੀ ਵਡਿਆਈ ਪਾਉਣਾ ਚਾਹੁੰਦਾ ਹੈ, ਉਹ ਵੈਸਾ ਹੀ ਸਤਿਕਾਰ ਜੇਕਰ ਗੁਰੂ ਸਾਹਿਬ ਜੀਆਂ ਦਾ ਕਰੇਗਾ, ਵੈਸਾ ਹੀ ਮਾਣ ਉਸ ਨੂੰ ਸਮਾਜ ਵਿੱਚ ਮਿਲੇਗਾ। ਬਸੀ ਪ੍ਰੇਮ ਅਪਨ ਪੋ ਦਿਖਾਰਨ। ਅਤੇ ਅਕਾਲ ਪੁਰਖ ਵਾਹਿਗੁਰੂ ਪ੍ਰੇਮ ਦੇ ਵਸ ਹੈ। ਸਾਚ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਮੈਨੂੰ ਪ੍ਰੇਮ ਕੀਤਾ, ਜਿਨ੍ਹਾਂ ਨੇ ਮੇਰੇ ਨਾਲ ਬੜਾ ਨੇਹ ਕੀਤਾ ਹੈ, ਸੋ ਮੈਂ ਉਹਨਾਂ ਦੇ ਵਸ ਹਾਂ। ਜਿਵੇਂ ਮੈਨੂੰ ਕਹਿਣਗੇ ਮੈਂ ਉਦਾਂ ਹੀ ਕਰਾਂਗਾ। ਜਗਤ ਕੰਤ ਜਗ ਗੁਰਪੁਰੇ ਆਏ। ਸੋ ਸਾਰੀ ਸ੍ਰਿਸ਼ਟੀ ਕਾਇਨਾਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਮਜ਼ਦੂਰ ਦਾ ਰੂਪ ਧਾਰ ਕਰਕੇ ਜਿੱਥੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਭਾਏਮਾਨ ਹੈ, ਉਸ ਜਗ੍ਹਾ ਉੱਪਰ ਆਉਂਦੇ ਹਨ। ਮਿਲੇ ਮਜੂਰਨ ਕਾਰ ਕਮਾਏ। ਅਤੇ ਉਸ ਸਮੇਂ ਜਿੱਥੇ ਸੰਗਤਾਂ ਬੜੀ ਸ਼ਰਧਾ ਭਾਵਨਾ ਧਾਰ ਕਰਕੇ ਸੇਵਾਵਾਂ ਕਰ ਰਹੀਆਂ ਨੇ, ਨਾਮ ਜਪ ਰਹੀਆਂ ਹਨ, ਉਹਨਾਂ ਸੇਵਾ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆ ਕਰਕੇ ਅੰਮ੍ਰਿਤ ਸਰੋਵਰ ਦੀ ਸੇਵਾ ਵਿੱਚ ਰੁੱਝ ਜਾਂਦੇ ਹਨ। ਬ੍ਰਹਮਾਦਿਕ ਸ਼ਿਵ ਕੋ ਸੁਦੋਈ। ਜਿਸ ਵਕਤ ਅਕਾਲ ਪੁਰਖ ਵਾਹਿਗੁਰੂ ਦੇ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੀ ਅਵਤਰਾ। ਸੋ ਇਸ ਤਰੀਕੇ ਦੇ ਨਾਲ ਜਿਹੜੇ ਦੇਵੀ ਦੇਵਤੇ ਪ੍ਰਮਾਤਮਾ ਨੇ ਮਾਇਆ ਬਣਾਈ ਹੈ, ਤੇ ਮਾਇਆ ਤੋਂ ਅੱਗੇ ਤਿੰਨ ਦੇਵਤੇ ਆ ਗਏ, ਜਿਸ ਨੂੰ ਆਪ ਜੀ ਹਰ ਰੋਜ਼ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਪੰਡਾਰੀ, ਇੱਕ ਲਾਈ ਦੀ ਬਾਣ। ਸੋ ਇਹ ਜਿਹੜੇ ਦੇਵੀ ਦੇਵਤੇ ਹਨ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਹਨ। ਤੇ ਜਦੋਂ ਇਹਨਾਂ ਨੇ ਵੇਖਿਆ ਅਕਾਲ ਪੁਰਖ ਵਾਹਿਗੁਰੂ ਹੁਣ ਆਪ ਮਜ਼ਦੂਰ ਵਾਲਾ ਸਰੀਰ ਧਾਰਨ ਕਰਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਨ ਵਾਸਤੇ ਗਏ, ਤਾਂ ਇਹਨਾਂ ਨੇ ਵੀ ਆਪਣਾ ਦੇਵਤਾ ਜਿਹੜਾ ਜਨਮ ਹੈ ਸਫਲ ਕਰਨ ਵਾਸਤੇ ਕੋਤਕ ਪਿਖਨ ਦੇਵ ਸਭ ਕੋਈ। ਇਹ ਜਿਹੜਾ ਕੌਤਕ ਹੈ ਉਸ ਨੂੰ ਵੇਖਣ ਵਾਸਤੇ ਜੈ ਜੈ ਪੰਤ ਗगन में ਆਏ। ਅਤੇ ਜੈ ਜੈਕਾਰ ਕਰਦੇ ਹੋਏ ਪ੍ਰਮਾਤਮਾ ਦੇ ਤਾਈ ਵੇਖਣ ਵਾਸਤੇ ਆ ਗਏ। ਅਦਭੁਤ ਗਤ ਦੇਖਤ ਸੁਰ ਛਾਏ। ਅਤੇ ਪ੍ਰਮਾਤਮਾ ਦੀ ਜਿਹੜੀ ਅਸਚਰਜ ਲੀਲਾ ਹੈ ਉਸ ਨੂੰ ਵੇਖਣ ਵਾਸਤੇ ਆਏ। ਅਤੇ ਸਾਰੇ ਦੇਵੀ ਦੇਵਤੇ ਮਿਲ ਕਰਕੇ ਕਹਿੰਦੇ ਹਨ ਪ੍ਰਮਾਤਮਾ ਦੀ ਜਿਹੜੀ ਗਤੀ ਹੈ ਉਹ ਜਾਣੀ ਨਹੀਂ ਜਾ ਸਕਦੀ। ਬਿਸਮਤ ਚਿਤ ਨਿਜ ਬਿਖੈ ਬਖਾਨੇ। ਸਾਰੇ ਜਿਹੜੇ ਦੇਵੀ ਦੇਵਤੇ ਹਨ ਵੇਖ ਕਰਕੇ ਬੜੇ ਹੈਰਾਨ ਰਹਿ ਗਏ। ਵੇਖੋ ਪ੍ਰਮਾਤਮਾ ਦਾ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਅੱਜ ਵੇਖਣ ਨੂੰ ਮਿਲ ਗਿਆ। ਹਮੇਸ਼ਾ ਜਿਹੜਾ ਪ੍ਰਮਾਤਮਾ ਦਾ ਸਰੂਪ ਹੈ ਉਹ ਕਦੀ ਸਰਗੁਣ ਸਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕਰਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਰੂਪ ਦੇ ਦਰਸ਼ਨ ਹੋ ਗਏ। ਤੇ ਹੁਣ ਜੋ ਨਿਰਗੁਣ ਪ੍ਰਮਾਤਮਾ ਜੋ ਸੱਚਖੰਡ ਵਿੱਚ ਸੁਭਾਏਮਾਨ ਰਹਿੰਦਾ,
ਸੋ ਉਹ ਵੀ ਹੁਣ ਅੰਮ੍ਰਿਤ ਸਰੋਵਰ ਦੀ ਸੇਵਾ ਕਰਨ ਵਾਸਤੇ ਇੱਕੋ ਥਾਂ ਆ ਗਏ। ਸੋ ਕਿੰਨਾ ਸੁਭਾਗਾ ਸਮਾਂ ਹੈ, ਇਹਨਾਂ ਦੋਵਾਂ ਪ੍ਰਮਾਤਮਾ ਜਿਹੜੀ ਜੋਤ ਇੱਕ ਹੈ, ਸੋ ਜਿਹੜੀ ਇੱਕੋ ਜੋਤ ਦੇ ਜਿਹੜੇ ਦੋ ਸਰੀਰ ਹਨ ਵੇਖਣ ਨੂੰ ਮਿਲ ਗਏ। ਇਨਕੇ ਚਲਤ ਇਹੀ ਪ੍ਰਭ ਜਾਣੇ। ਸੋ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਕੌਤਕ ਹਨ, ਅਚਰਜ ਲੀਲਾਵਾਂ ਹਨ, ਕੇਵਲ ਤੇ ਕੇਵਲ ਉਹੀ ਜਾਣ ਸਕਦੇ ਹਨ। ਨਿਜ ਪ੍ਰੀਤਮ ਕੇ ਨਿਤ ਇਤਕਾਰੀ। ਸੋ ਪ੍ਰਮਾਤਮਾ ਆਪਣੇ ਪ੍ਰੇਮੀ ਦੇ ਪ੍ਰੇਮ ਦੇ ਅਨੁਸਾਰ ਹੀ ਰਹਿੰਦੇ ਹਨ। ਵਿਦਤਾਵਤ ਇਮ ਜਗਤ ਮਜਾਰੀ। ਸੋ ਪਾਤਸ਼ਾਹ ਜੀ ਆਪਣੇ ਸੇਵਕ ਨੂੰ ਕਿੰਨਾ ਪ੍ਰੇਮ ਕਰਦੇ ਨੇ, ਕਿੰਨਾ ਨਹੀਂ ਕਰਦੇ ਹਨ, ਇਸ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਦਿਖਾਉਣ ਵਾਸਤੇ ਆ ਗਏ। ਭਗਤ ਸਰੂਪ ਏਕ ਭਵ ਤਾਰਾ। ਸੋ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਤਾਂ ਸਰਗਣ ਸਰੂਪ ਭਗਤੀ ਦਾ ਰੂਪ ਹੀ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕਰਕੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਭੇਜਿਆ। ਦੁਤੀਏ ਸੋ ਬਸ ਰਹਿਨ ਦਿਖਾਰਾ। ਅਤੇ ਜਿਹੜਾ ਦੂਸਰਾ ਸਰੂਪ ਹੈ ਉਹ ਪ੍ਰਮਾਤਮਾ ਨੇ ਦਾਸ ਰੂਪ ਧਾਰਨ ਕਰ ਲੈਣਾ ਕੀਤਾ, ਭਾਵ ਆਪ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਾਸ ਬਣ ਕੇ ਆ ਗਏ। ਭਗਤ ਕਬੀਰ ਨਿਕੇਤ ਸਿਧਾਏ। ਅਤੇ ਸਾਰੇ ਜਿਹੜੇ ਦੇਵੀ ਦੇਵਤੇ ਵਿਚਾਰ ਕਰਦੇ ਹਨ ਆਕਾਸ਼ ਵਿੱਚ, ਵੇਖੋ ਭਾਈ, ਜਿਵੇਂ ਭਗਤ ਕਬੀਰ ਜੀ ਦੇ ਜਿਹੜੇ ਕਾਰਜ ਰਾਸ ਕਰਨ ਵਾਸਤੇ ਅਕਾਲ ਪੁਰਖ ਆਉਂਦੇ ਸਨ। ਬਨ ਬਨ ਜਾਰਾ ਖੇਪ ਚਲਾਏ। ਅਤੇ ਵਣਜਾਰਾ ਬਣ ਕਰਕੇ ਉਹਨਾਂ ਦੇ ਜਿਹੜੇ ਕਾਰਜ ਸਨ ਅਕਾਲ ਪੁਰਖ ਵਾਹਿਗੁਰੂ ਨੇ ਰਾਸ ਕਰ ਦੇਣਾ ਕੀਤੇ। ਨਾਮ ਦੇਵ ਕੋ ਛਾਪਰ ਛਾਇਓ। ਅਤੇ ਭਗਤ ਨਾਮਦੇਵ ਜੀਆਂ ਦਾ ਜਿਹੜਾ ਕਾਰਜ ਸੀ, ਉਹਨਾਂ ਦੀ ਜਿਹੜੀ ਛਪਰੀ ਸੀ ਟੁੱਟ ਜਾਣਾ ਕੀਤੀ, ਤਾਂ ਅਕਾਲ ਪੁਰਖ ਵਾਹਿਗੁਰੂ ਦਾਸ ਬਣ ਕਰਕੇ ਆ ਗਏ ਤੇ ਉਹਨਾਂ ਦੀ ਜਿਹੜੀ ਛਪਰੀ ਸੀ ਨਵੀਂ ਪਾ ਦੇਣਾ ਕੀਤੀ। ਭਗਤਨ ਵਤਸਲ ਬਿਰਦ ਦਿਖਾਇਓ। ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੈ। ਆਪਣਾ ਪਤਤ ਪਾਵਨ ਪ੍ਰਭ ਬਿਰਦ ਤੁਮਾਰੋ, ਹਮਰੇ ਦੋਖ ਹਿਰਦੇ ਮਤ ਧਾਰੋ। ਪ੍ਰਮਾਤਮਾ ਕਦੀ ਵੀ ਆਪਣੇ ਸੇਵਕਾਂ ਦੇ ਅਵਗੁਣਾਂ ਨੂੰ, ਸੇਵਕਾਂ ਵਿੱਚ ਤਾਂ ਸੰਗਤ ਜੀ ਅਵਗੁਣ ਹੁੰਦੇ ਹੀ ਨਹੀਂ, ਵੇਖਣ ਦੇ ਵਿੱਚ ਜਿਹਵਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀ ਹੈ। ਸੋ ਪਾਤਸ਼ਾਹ ਜੀ ਬਚਨ ਕਰਦੇ ਹਨ, ਭਾਈ ਮੇਰੇ ਸੇਵਕਾਂ ਦੇ ਮੈਂ ਸਦਾ ਹੀ ਅਨੁਸਾਰੀ ਹਾਂ। ਫੇਰ ਦਿਓਰਾ ਗਊ ਜਿਵਾਈ। ਅਤੇ ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕੀਤੀ, ਜਦੋਂ ਮੰਦਿਰ ਦੇ ਵਿੱਚ ਪੰਡਤਾਂ ਨੇ ਕੁੱਟ-ਕੁੱਟ ਕੇ ਬਾਹਰ ਕੱਢ ਦੇਣਾ ਕੀਤਾ, ਤੇ ਭਗਤ ਨਾਮਦੇਵ ਜੀ ਕੀ ਕਹਿੰਦੇ ਹਨ, ਪੰਡਤਾਂ ਨੇ ਤਾਂ ਉੱਚੀ ਜਾਤ ਵਾਲਿਆਂ ਨੇ ਮੈਨੂੰ ਤਾਂ ਮਾੜੀ ਜਾਤ ਵਾਲਾ ਹੋਣ ਕਰਕੇ ਮੰਦਿਰ ਵਿੱਚੋਂ ਬਾਹਰ ਕੱਢ ਦੇਣਾ ਕੀਤਾ, ਪਰ ਪ੍ਰਮਾਤਮਾ ਮੋਕੋ ਤੂੰ ਨਾ ਬਿਸਾਰ, ਤੂੰ ਨਾ ਬਿਸਾਰ, ਤੂੰ ਨਾ ਬਿਸਾਰੇ ਰਾਮਈਆ। ਆਲਾਵੰਤੀ ਇਹੋ ਪ੍ਰਮ ਜੋ ਹੈ, ਮੁਝ ਉਪਰ ਸਭ ਕੋ ਪੀਲਾ। ਪ੍ਰਮਾਤਮਾ ਆਲਾਵੰਤੀ ਇਹ ਵੱਡੇ ਵੱਡੇ ਕੋਠੀਆਂ ਵਾਲੇ, ਮਹਿਲਾਂ ਵਾਲੇ, ਪੱਕਿਆਂ ਘਰਾਂ ਵਾਲੇ, ਇਹਨਾਂ ਨੂੰ ਬੜਾ ਵੱਡਾ ਭਰਮ ਹੈ ਕਿ ਅਸੀਂ ਅਮੀਰ ਹਾਂ, ਅਸੀਂ ਉੱਚੀ ਜਾਤ ਵਾਲੇ ਹਾਂ, ਇਹਨਾਂ ਦੇ ਭਰਮ ਨੂੰ ਦੂਰ ਕਰ ਦੇਣਾ ਕਰ। ਪ੍ਰਮਾਤਮਾ ਸੂਦ ਸੂਦ ਕਰ ਮਾਰ ਉਠਾਇਓ, ਕਾਹਾ ਕਰੋ ਬਾਪ ਬੀਠਲਾ। ਹੇ ਅਕਾਲ ਪੁਰਖ ਵਾਹਿਗੁਰੂ, ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਮਾਤਮਾ, ਇਹਨਾਂ ਨੇ ਮੈਨੂੰ ਸ਼ੂਦਰ ਸ਼ੂਦਰ ਕਹਿੰਦੇ ਆਇਆ ਮੰਦਰ ਵਿੱਚੋਂ ਬਾਹਰ ਕੁੱਟ ਕਰਕੇ ਸੱਟ ਦੇਣਾ ਕੀਤਾ। ਕਿਰਪਾ ਕਰੋ ਪਾਤਸ਼ਾਹ, ਦਇਆ ਕਰੋ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਪਰਮਾਤਮਾ ਜੇਕਰ ਮੈਂ ਚੜ੍ਹਾਈ ਕਰ ਗਿਆ, ਉਦੋਂ ਬਾਅਦ ਮੈਨੂੰ ਮੁਕਤ ਕਰ ਹੀ ਦੇਣਾ, ਇਸ ਵਿੱਚ ਕੋਈ ਸ਼ੰਕਾ ਨਹੀਂ, ਪਰ ਅਸਲ ਆਨੰਦ ਉਦੋਂ ਹੈ ਜੇਕਰ ਤੂੰ ਮੈਨੂੰ ਜਿਉਂਦਿਆਂ ਜੀ ਮੁਕਤ ਕਰ। ਪਰਮਾਤਮਾ ਇਹ ਜਿਹੜੀ ਦਾਤ ਹੈ ਮੈਨੂੰ ਦੇਣਾ ਕਰ, ਮੈਨੂੰ ਜਿਉਂਦੇ ਜੀ ਦੇਹ ਮੁਕਤ ਕਰ ਦੇਣਾ ਕਰ। ਤੁਮ ਜੋ ਦਇਆਲ ਕਿਰਪਾਲ ਕਹੀਅਤ ਹੈ, ਅਤ ਭੁਜ ਭਇਓ ਅਪਾਰਲਾ। ਪ੍ਰਮਾਤਮਾ ਕਿਰਪਾ ਕਰਨੀ ਕਰੋ। ਇਹ ਜਿਹੜੇ ਪੰਡਤ ਹਨ ਮੇਰੇ ਤਾਈਂ ਪਤਾ ਕੀ ਕਹਿੰਦੇ ਹਨ, ਮੇਰੇ ਤਾਈਂ ਇਹਨਾਂ ਨੇ ਬਹੁਤ ਜ਼ਿਆਦਾ ਭੱਦੀ ਸ਼ਬਦਾਵਲੀ ਵਰਤੀ ਹੈ, ਅਤੇ ਮੇਰੇ ਤਾਈਂ ਨੀਚ ਜਾਤੀ ਵਾਲਾ ਹੋਣ ਕਰਕੇ ਬੜਾ ਇਹਨਾਂ ਨੇ ਮੇਰਾ ਮਜ਼ਾਕ ਉਡਾਇਆ। ਤੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਨਾ ਕੀਤੀ, ਫੇਰ ਦਿਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਸੋ ਪੰਡਿਆਂ ਨੂੰ, ਬ੍ਰਾਹਮਣਾਂ ਨੂੰ ਪਿੱਠ ਦੇ ਕਰਕੇ ਦੇਹਰਾ ਮੋੜ ਦੇਣਾ ਕੀਤਾ, ਭਗਤ ਨਾਮਦੇਵ ਜੀ ਵੱਲ ਮੂੰਹ ਕਰ ਦੇਣਾ ਕੀਤਾ। ਸੋ ਪ੍ਰਮਾਤਮਾ ਇਤਨਾ
ਹਨ, ਆਪਸ ਵਿੱਚ ਬਚਨ ਵਿਲਾਸ ਕਰਦੇ ਹਨ। ਭਾਈ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਬੇਅੰਤ ਗੁਣ ਹਨ, ਕਿਹੜੇ ਕਿਹੜੇ ਜਿਹੜੇ ਗੁਣ ਹਨ, ਅਸੀਂ ਵਰਣਨ ਕਰਨਾ ਕਰੀਏ। ਬਸ ਭਗਤਨ ਕੀ ਸਦਾ ਲਖੀਜੇ। ਅਕਾਲ ਪੁਰਖ ਵਾਹਿਗੁਰੂ ਤਾਂ ਹਮੇਸ਼ਾ ਹੀ ਆਪਣੇ ਭਗਤਾਂ ਦੇ ਵਸ ਵਿੱਚ ਰਹਿੰਦੇ ਹਨ, ਭਗਤਾਂ ਦੇ ਅਧੀਨ ਰਹਿੰਦੇ ਹਨ। ਕਹੀ ਗਈ ਕਰ ਪ੍ਰਭ ਸਮਰੱਥ। ਉਸ ਸਮੇਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੇਖਦੇ ਹਨ, ਜਦੋਂ ਮਜ਼ਦੂਰ ਵਾਲਾ ਸਰੀਰ ਧਾਰਿਆ। ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਕਰ ਕਮਲਾਂ ਦੇ ਵਿੱਚ ਕਈ ਪਕੜੀ ਹੋਈ ਹੈ, ਜੋ ਸਰਬ ਕਲਾ ਸਮਰੱਥ ਹੈ। ਧਰੀ ਟੋਕਰੀ ਦੂਸਰੇ ਹੱਥ। ਅਤੇ ਦੂਸਰੇ ਹੱਥ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਟੋਕਰੀ ਚੁੱਕੀ ਹੋਈ ਹੈ। ਹਰ ਮੰਦਰ ਜਿਸ ਥਲ ਚਿਨਵਾਏ। ਜਿਸ ਜਗ੍ਹਾ ਦੇ ਉੱਪਰ ਸ੍ਰੀ ਹਰਿਮੰਦਰ ਸਾਹਿਬ ਵਾਲੇ ਪਾਸੇ, ਜਿਸ ਜਗ੍ਹਾ ਤੇ ਬਹੁਤ ਜ਼ਿਆਦਾ ਮਿੱਟੀ ਦੀ ਪਟਾਈ ਹੋ ਰਹੀ ਹੈ, ਉਸ ਪਾਸੇ ਜਾਣਾ ਕਰਦੇ ਹਨ। ਖਨਨ ਲਗੇ ਮਿਰਤਕਾ ਤੈ ਜਾਏ। ਉੱਥੇ ਜਾ ਕਰਕੇ ਅਕਾਲ ਪੁਰਖ ਵਾਹਿਗੁਰੂ ਟੋਕਰੀ ਥੱਲੇ ਰੱਖ ਕਰਕੇ ਜੋ ਮਿੱਟੀ ਹੈ ਕਈ ਦੇ ਨਾਲ ਪੁੱਟਣੀ ਸ਼ੁਰੂ ਕਰ ਦਿੰਦੇ ਹਨ। ਪਾਰ ਨਿਕਾਸੀ ਵਹਿਰ ਗਿਰਾਈ। ਅਤੇ ਕਈ ਦੇ ਨਾਲ ਮਿੱਟੀ ਪੁੱਟ ਕਰਕੇ ਟੋਕਰੀ ਵਿੱਚ ਪਾਉਂਦੇ ਹਨ। ਜਦੋਂ ਟੋਕਰੀ ਭਰ ਜਾਂਦੀ ਹੈ ਤਾਂ ਆਪ ਚੁੱਕ ਕਰਕੇ ਬਾਹਰ ਸੱਟਦੇ ਹਨ। ਦੇਖਤ ਪਏ ਦੇਵ ਸਮੁਦਾਈ। ਇਹ ਸਾਰੇ ਜਿਹੜੇ ਦੇਵੀ ਦੇਵਤੇ ਹਨ, ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਵੇਖਦੇ ਹਨ, ਪਲਟ ਪਲਟ ਆਪਣੋ ਤਨ ਸਾਰੇ। ਇਸ ਵਾਸਤੇ ਸਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਛੇਤੀ ਵੇਲੇ ਦੇਵੀ ਦੇਵਤਿਆਂ ਨੇ ਵੀ ਆਪਣਾ ਮੌਕਾ ਸੰਭਾਲਿਆ, ਤਾਂ ਉਹਨਾਂ ਨੇ ਵੀ ਮਨੁੱਖਾ ਸਰੀਰ ਧਾਰਨ ਕਰਕੇ ਆਪਣੀ ਦੇਹ ਨੂੰ ਸਫਲ ਕਰਨ ਵਾਸਤੇ ਪਵਿੱਤਰ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਨ ਵਾਸਤੇ ਆਉਣਾ ਕੀਤਾ, ਮਨੁੱਖਾ ਸਰੀਰ ਧਾਰ ਕਰਕੇ। ਆਏ ਲਗੇ ਸਗਰੇ ਸਰਕਾਰੇ। ਸਾਰੀਆਂ ਜਿਹੜੀਆਂ ਜਿਤਨੀਆਂ ਵੀ ਦੇਵੀ ਦੇਵਤੀਆਂ ਹਨ, ਜਿੰਨੀਆਂ ਵੀ ਦੇਵੀਆਂ ਹਨ, ਜਿੰਨੇ ਵੀ ਦੇਵਤੇ ਹਨ, ਜਿਤਨੀਆਂ ਵੀ ਗੁਪਤ ਰੂਹਾਂ ਹਨ, ਸਾਰਿਆਂ ਨੇ ਆਪੋ ਆਪਣੇ ਜਿਹੜੇ ਮਨੁੱਖਾ ਸਰੀਰ ਹਨ, ਆਮ ਮਨੁੱਖਾਂ ਵਾਲੇ ਧਾਰ ਕਰਕੇ ਸੇਵਾ ਦੇ ਵਿੱਚ ਜੁਟ ਗਏ। ਜਿਸ ਜਗ੍ਹਾ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਕਈ ਨਾਲ ਮਿੱਟੀ ਪੁੱਟਦੇ ਹਨ, ਤਾਂ ਸਾਰੇ ਜਿਹੜੇ ਇਹ ਗੁਪਤ ਰੂਹਾਂ ਹਨ ਆ ਕਰਕੇ ਉੱਥੇ ਟੋਕਰੀ ਲੈ ਕਰਕੇ ਖਲੋ ਜਾਂਦੀਆਂ ਹਨ। ਤਿਨ ਕੋ ਪ੍ਰੇਰਿਤ ਕਾਰ ਕਰਵਾਏ। ਤਾਂ ਅਕਾਲ ਪੁਰਖ ਵਾਹਿਗੁਰੂ ਸਾਰੇ ਦੇਵੀ ਦੇਵਤਿਆਂ ਨੂੰ, ਗੁਪਤ ਰੂਹਾਂ ਨੂੰ ਪ੍ਰੇਰਦਾ ਹੈ ਮਨੁੱਖਾ ਜਨਮ ਦੇ ਵਿੱਚ। ਉਹਨਾਂ ਦੇ ਤਾਂ ਹੀ ਹੱਲਾ ਸ਼ੇਰੀ ਦਿੰਦਾ ਹੈ, ਸ਼ਾਬਾਸ਼ ਸ਼ਾਬਾਸ਼। ਜਿਵੇਂ ਸੰਗਤਾਂ ਜਦੋਂ ਕਾਰ ਸੇਵਾ ਕਰਦੀਆਂ ਨੇ, ਕਿਵੇਂ ਹੱਲਾ ਸ਼ੇਰੀ ਕਰਦੀਆਂ ਹਨ। ਕਹਿ ਸਭ ਸੋ ਉਤਸ਼ਾਹ ਵਧਾਵੇ। ਇਸ ਪ੍ਰਕਾਰ ਹੱਲਾ ਸ਼ੇਰੀ ਦੇ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਹੈ ਸੇਵਾ ਕਰਨ ਦੇ ਵਿੱਚ ਵਧਾਉਂਦੇ ਹਨ। ਛਿਨਕ ਮਾਤਰ ਮੈਂ ਮਾਟੀ ਪਾਟੀ। ਅਤੇ ਛਿਨਕ ਮਾਤਰ ਸਮੇਂ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਜਗ੍ਹਾ ਦੀ ਜਿਹੜੀ ਮਿੱਟੀ ਹੈ ਪੁੱਟ ਕਰਕੇ ਸਭ ਨਿਕਾਸ ਕਰ ਬਾਹਰ ਸਾਟੀ। ਸਾਰੀ ਮਿੱਟੀ ਪੁੱਟ ਕਰਕੇ ਬਾਹਰ ਵਾਰ ਸੱਟ ਦੇਣਾ ਕੀਤੀ। ਸ੍ਰੀ ਅਰਜਨ ਕਰ ਨਿਰਨੈ ਹੀਰੇ। ਉਸ ਸਮੇਂ ਦੀਨ ਦੁਨੀਆ ਦੇ ਅਕਾਲ ਪੁਰਖ ਵਾਹਿਗੁਰੂ ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਸ ਵਕਤ ਉਹਨਾਂ ਨੇ ਵੇਖਣਾ ਕੀਤਾ, ਆਜ ਕਾਰ ਕੋ ਕਰੈ ਕਨੇਰੇ। ਅੱਜ ਤਾਂ ਬਹੁਤ ਜ਼ਿਆਦਾ ਜਿਹੜੀਆਂ ਸਿੱਖ ਸੰਗਤਾਂ ਆਈਆਂ ਹੋਈਆਂ ਹਨ, ਸੰਗਤ ਨਹੀਂ ਕਹੂੰ ਤੇ ਆਈ। ਪਰ ਜਿਹੜੀ ਦੂਰ ਦਰੇਡੇ ਤੋਂ ਜਿਹੜੀ ਸੰਗਤ ਚੱਲ ਕਰਕੇ ਆਉਂਦੀ ਹੈ, ਉਹਨਾਂ ਵਿੱਚੋਂ ਤਾਂ ਬਹੁਤ ਅੱਜ ਦੂਰੋਂ ਦੂਰੋਂ ਚੱਲ ਕੇ ਬਹੁਤ ਘੱਟ ਆਏ ਹਨ। ਜਿਤ ਕਿਤ ਦੀਖਤ ਜਨ ਸਮੁਦਾਈ। ਪਰ ਇਸ ਪਵਿੱਤਰ ਸਥਾਨ ਦੇ ਉੱਪਰ ਬਹੁਤ ਸਾਰੀਆਂ ਜਿਹੜੀਆਂ ਰੂਹਾਂ ਹਨ ਸੇਵਾ ਕਰਨ ਵਾਸਤੇ ਆਈਆਂ ਹੋਈਆਂ ਹਨ। ਬੇਸ ਅਨੂਪਮ ਅਦਭੁਤ ਕ੍ਰਾਂਤ। ਅਤੇ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਹਨ, ਇਹਨਾਂ ਦੇ ਜਿਹੜੇ ਸਰੂਪ ਹਨ ਬੜੇ ਅਚਰਜ ਹਨ। ਕਰਤਕਾਰ ਕੋ ਸ਼ੋਭਤ ਗਾਤ। ਅਤੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਨੂੰ ਬੜੇ ਚਾਅ ਦੇ ਨਾਲ, ਉਤਸ਼ਾਹ ਦੇ ਨਾਲ ਕਰ ਰਹੇ ਹਨ। ਨਾਮ ਜਪ ਜਪ ਕੇ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਧਾਰ ਕਰਕੇ ਮਹਿਮਾ ਨੂੰ ਜਨਾ ਜਨਾ ਕੇ ਸੇਵਾ ਕਰਦੇ ਹਨ। ਸਵਈਆ ਸ਼੍ਰੀ ਗੁਰ ਏਵ ਵਿਚਾਰ ਨਿਹਾਰਤ ਹੈ ਸਭ ਮੈਂ ਇੱਕ ਸੁੰਦਰ ਡੀਲਾ। ਉਸ ਸਮੇਂ ਦੀਨ ਦੁਨੀਆ ਦੇ ਵਾਲੀ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਸ ਵਕਤ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਨੇ ਮਨੁੱਖਾ ਸਰੀਰ ਮਜ਼ਦੂਰ ਵਾਲਾ ਧਾਰਿਆ, ਜਦੋਂ ਉਹਨਾਂ ਦੇ ਵੱਲ ਆਪਣੀ ਪਵਿੱਤਰ ਦ੍ਰਿਸ਼ਟੀ ਮਾਰਦੇ ਹਨ
ਤਾਂ ਉਹਨਾਂ ਦਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਬਹੁਤ ਸੁੰਦਰ ਹੈ। ਚਾਰੂ ਬਿਲੋਚਨ ਸੋਚ ਬਿਮੋਚਿਤ ਪ੍ਰੇਰਿਤ ਐ ਸਭ ਹੁਣ ਛਬੀਲਾ। ਉਹ ਅਕਾਲ ਪੁਰਖ ਵਾਹਿਗੁਰੂ ਕਵੀ ਰਾਜੀ ਬਹੁਤ ਸੁੰਦਰ ਦ੍ਰਿਸ਼ਟਾਂਤ ਦਿੰਦੇ ਹਨ। ਕਹਿੰਦੇ ਹਨ ਕਿ ਜਿਵੇਂ ਸੂਰਜ ਚੜ੍ਹਦਾ ਨਾ ਤੇ ਸੂਰਜ ਨੂੰ ਵੇਖ ਕਰਕੇ ਜਿਹੜਾ ਕਮਲ ਫੁੱਲ ਹੈ ਖਿੜ ਜਾਂਦਾ। ਅਕਾਲ ਪੁਰਖ ਵਾਹਿਗੁਰੂ ਦੇ ਵੱਲ ਜਦੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੇਖਦੇ ਹਨ ਤਾਂ ਪਾਤਸ਼ਾਹ ਜੀ ਦੇ ਜਿਹੜੇ ਸੁੰਦਰ ਕਮਲ ਸਰੀਖੇ ਨੈਣ ਹਨ ਉਹ ਖਿੜ ਜਾਂਦੇ ਹਨ। ਬ੍ਰਿੰਦ ਆਦਾਇ ਬਰਾਕਤ ਹੈ ਅਬਿਲਾਖਤ ਪਾਕਤ ਹੈ ਗੁਣਸ਼ੀਲਾ। ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੇ ਬੇਅੰਤ ਗੁਣ ਹਨ, ਸਰਬ ਕਲਾ ਸੰਪੰਨ ਹਨ, ਸੁੰਦਰ ਸਰੂਪ ਵਾਲੇ ਹਨ, ਜਿਨ੍ਹਾਂ ਦੀ ਲੀਲਾ ਅਚਰਜ ਹੋਇਆ ਕਰਦੀ ਹੈ, ਸੋ ਪਾਤਸ਼ਾਹ ਜੀ ਉਹਨਾਂ ਵੱਲ ਬੜੇ ਪ੍ਰੇਮ ਦੇ ਸਹਿਤ ਵੇਖਦੇ ਹਨ। ਔਰ ਨਹੀਂ ਜਗ ਮੋਰ ਆਈ ਇਸ ਠੋਰ ਬੀਕੇ ਦੇਖ ਰਾਵਤ ਲੀਲਾ। ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਮਨੁੱਖਾ ਜਾਮਾ ਵੇਖ ਕਰਕੇ ਉਸ ਸਮੇਂ ਸੰਗਤ ਜੀ ਜਿਸ ਵਕਤ ਮਾਂ ਆਪਣੇ ਬੱਚੇ ਨੂੰ ਵੇਖ ਲੈਂਦੀ ਹੈ ਤਾਂ ਬੱਚਾ ਆਪਣੀ ਮਾਂ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਪ੍ਰਸੰਨ ਹੁੰਦਾ ਹੈ। ਇਸੇ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਨ। ਲਘੂ ਕਾਲ ਮੈਂ ਕਾਰ ਬੇਸਾਲ ਕਰੀ ਥਲ ਜਾਏ ਬੀਕੇ ਚਿਨ ਬੋਹਰ ਮੰਦਰ। ਅਤੇ ਅਕਾਲ ਪੁਰਖ ਵਾਹਿਗੁਰੂ ਸਾਰੇ ਦੇ ਸਾਰੇ ਦੇਵੀ ਦੇਵਤਿਆਂ ਨੂੰ ਪ੍ਰੇਰ ਕਰਕੇ ਬੜੀ ਸ਼ਰਧਾ ਭਾਵਨਾ ਧਾਰ ਕਰਕੇ ਉਹਨਾਂ ਦਾ ਚਾਅ ਉਤਸ਼ਾਹ ਵਧਾ ਰਹੇ ਹਨ। ਜਿੱਥੇ ਉਹ ਸੇਵਾਵਾਂ ਕਰ ਰਹੇ ਹਨ ਪਾਤਸ਼ਾਹ ਜੀ ਉਸ ਵਾਲੇ ਪਾਸੇ ਵਧ ਰਹੇ ਹਨ। ਮਿਰਤਕਾ ਤੈ ਤੇ ਕਰ ਤੂਰਨਤਾ ਨਿਕਸਾਏ ਲਈ ਸਗਰੀ ਸਰ ਅੰਦਰ। ਅਤੇ ਪਾਤਸ਼ਾਹ ਜੀ ਜਿਵੇਂ ਜਿਵੇਂ ਨਜ਼ਦੀਕ ਜਾ ਰਹੇ ਹਨ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪਾਸ ਤਾਂ ਵੇਖਦੇ ਹਨ ਕਿ ਜਿਤਨੀ ਵੀ ਸੇਵਾ ਉਸ ਪਾਸੇ ਕਰ ਰਹੇ ਸਨ ਬਹੁਤ ਜ਼ਿਆਦਾ ਮਿੱਟੀ ਇੱਕ ਦਿਨ ਦੇ ਵਿੱਚ ਹੀ ਕੱਢ ਕਰਕੇ ਬਾਹਰ ਕੱਢ ਦਿੱਤੀ ਹੈ। ਜਸ ਪਾਖ ਮਹਾਤਮ ਆਨਨ ਤੇ ਕਰਵਾਵਤ ਹੈ ਕਰਨ ਸੁੰਦਰ। ਸੁੰਦਰ ਸਰੀਰ ਵਾਲੇ ਅਕਾਲ ਪੁਰਖ ਵਾਹਿਗੁਰੂ ਆਪਣੇ ਮਖਾਰ ਬਿੰਦ ਤੋਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਦੀ ਮਹਿਮਾ ਪਵਿੱਤਰ ਸਰੋਵਰ ਦੀ ਵਡਿਆਈ ਸਾਰੀਆਂ ਸੰਗਤਾਂ ਦੇ ਵਿੱਚ ਪ੍ਰਗਟ ਕਰ ਰਹੇ ਹਨ। ਇੱਕ ਆਵਤ ਹੈ ਇੱਕ ਜਾਤ ਨਿਕਾਸਤ ਸ਼੍ਰੀ ਗੁਰ ਦੇਖਤ ਪੇਕਾਰ ਨੰਦਰ। ਅਕਾਲ ਪੁਰਖ ਵਾਹਿਗੁਰੂ ਜੀ ਮਿੱਟੀ ਪੁੱਟ ਰਹੇ ਹਨ ਤੇ ਸਾਰੇ ਜਿਹੜੇ ਦੇਵੀ ਦੇਵਤੇ ਹਨ ਉਹ ਆਪਣੇ ਸਿਰਾਂ ਦੇ ਉੱਪਰ ਟੋਕਰੇ ਚੁੱਕ ਚੁੱਕ ਕੇ ਮਿੱਟੀ ਵਾਲੇ ਬਾਹਰ ਸੱਟਦੇ ਹਨ। ਚਿਤ ਚੌਂਪ ਤਰੀ ਸੁਰ ਗੋਪ ਆਹੇ ਪਲਟੇ ਤਨ ਜਾਨ ਗੁਰੂ ਚਾਲੇ ਆਏ। ਉਸ ਸਮੇਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਕੌਤਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗਨ ਸਰੂਪ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾਣ ਗਏ ਕਿ ਅਕਾਲ ਪੁਰਖ ਵਾਹਿਗੁਰੂ ਜੀ ਹਨ। ਸੋ ਸਾਰਿਆਂ ਦੇ ਵਿੱਚ ਗੁਪਤ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਸੇਵਾ ਕਰਨ ਵਾਲੇ ਆਏ ਹਨ। ਸੋ ਸੰਗਤ ਜੀ ਸਾਡੇ ਹਿਰਦਿਆਂ ਦੇ ਵਿੱਚ ਇਹ ਬਚਨ ਵਸਾਉਣ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਹੋਣ ਦੇ ਬਾਵਜੂਦ ਵੀ ਆਮ ਮਨੁੱਖਾਂ ਵਾਲਾ ਸਰੀਰ ਧਾਰ ਕਰਕੇ ਸੇਵਾ ਕਰਦਾ। ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਦਾਸ ਨੇ ਅੰਮ੍ਰਿਤ ਵੇਲੇ ਦੀ ਕਥਾ ਵਿੱਚ ਵੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਸੰਗਤ ਜੀ ਜਿਹੜੀ ਸੇਵਾ ਨਹੀਂ ਬੰਦਾ ਗੁਪਤ ਰਹਿ ਕੇ ਕਰੇਗਾ ਉਤਨੂੰ ਜਿਹੜਾ ਫਲ ਹੈ ਮਿਲੇਗਾ। ਜ਼ਿਆਦਾਤਰ ਦਿਖਾਵੇ ਦੀ ਸੇਵਾ ਮੇਰੇ ਵਰਗੇ ਕਰਦੇ ਫਿਰ ਕਹਿੰਦੇ ਨੇ ਮਨ ਨਹੀਂ ਟਿਕਦਾ। ਭਾਈ ਮਨ ਟਿਕਣਾ ਕਿਵੇਂ? ਵਡਿਆਈ ਚਾਹੁੰਦਾ ਸੇ ਵਡਿਆਈ ਕਿਸੇ ਨੇ ਕੀਤੀ ਨਹੀਂ। ਇਸ ਵਾਸਤੇ ਭਾਈ ਜਿਹੜਾ ਬੀਜ ਧਰਤੀ ਵਿੱਚ ਹੀ ਜਿਹੜਾ ਬੀਜ ਹੈ ਫਲੀਭੂਤ ਹੁੰਦਾ ਤੇ ਜਿਹੜਾ ਬੀਜ ਉੱਪਰ ਰਹਿ ਜਾ ਇਸ ਵਾਸਤੇ ਦਵੀਆਂ ਦਾ ਵਸਾਉਣਾ ਚਾਹੀਦਾ ਕਿ ਜਿਹੜੀ ਸੇਵਾ ਹੈ ਜਿਮ ਸੂਰਜ ਬਾਲ ਬਿਲੋਕਤਈ ਅਰਬਿੰਦ ਲੋਚਨੈ ਬਿਕਸੇ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹ ਆਉਂਦੇ ਹਨ
ਮਨ। ਬਾਠੇ ਮੀਲ ਤੇ ਕੀ ਜੋਤ ਸਰਬੋਤਮ ਹੀ ਉਮਹਾਏ। ਉਸ ਸਮੇਂ ਆਪਣੀ ਨਿਰਗੁਣ ਸਰੂਪ ਦੀ ਜੋਤ ਹੁਣ ਸਰਗੁਣ ਸਰੂਪ ਦੀ ਜਿਹੜੀ ਜੋਤ ਹੈ, ਜੋਤ 오ਹਾ ਜੁਗਤ ਸਾਏ ਸਹਿ ਕਾਇਆ ਟਿਆ। ਨੇ ਚਿਰਾਗ ਸੁਹਾਏ। ਸੋ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਸੰਬੋਧਨ ਕਰਕੇ ਉਹਨਾਂ ਦੇ ਪਾਸ ਇਹ ਜੋ ਪਵਿੱਤਰ ਸ਼ਬਦ ਹੈ ਸੋਈ ਰਾਗ ਦੇ ਵਿੱਚ ਪਾਤਸ਼ਾਹ ਜੀ ਉਚਾਰਨਗੇ। ਸੋ ਆਪਾਂ ਕੱਲ ਦੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਸਮਾਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਸੋ ਇੱਥੋਂ ਤੱਕ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਜੀ ਦੇ ਪਵਿੱਤਰ ਪਰਉਪਕਾਰੀ ਜੀਵਨ ਕੌਤਕਾਂ ਦੀ ਕਥਾ ਵਿਚਾਰਤਾ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਣਹਾਰ ਹਨ। ਆਪ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੋ ਬਖਸ਼ ਲੈਣਾ। ਅਗਾਂਹ ਵਾਸਤੇ ਸੁੱਧ ਅਤੇ ਸਪਸ਼ਟ ਕਥਾ ਵਿਚਾਰਤਾ ਕਰਨ ਦੀ ਉੱਚੇ ਸੁੱਚੇ ਜੀਵਨ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਜੀ ਕਿਰਪਾ ਕਰਨ ਪੜੀ ਕਥਾ ਵਿਚਾਰਤਾ ਦਾ ਫਲ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਤੇ ਵਸੇ ਤਾਂ ਜੋ ਲੋਕ ਪਰਲੋਕ ਸਹਿਲਾ ਹੋ ਸਕੇ। ਵਾਹਿਗੁਰੂ 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 ਵਾਹਿਗੁਰੂ। 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 हे गोबिंद हे गोपाल हे दयाल लाल प्राण नाथ अनाथ सखे दीन दर्द निवार। हे समरथ अगम पूरन मोहे मया तार। अंधकूप महापयान नानक पारे उतार। हे अच्युत हे पार ब्रह्म अविनाशी अगनास। हे पूरन हे सर्ब मैं दुख पंजन गुणतास। हे अच्युत हे पार ब्रह्म अविनाशी अगनास। हे पूरन हे सर्ब मैं दुख पंजन गुणतास। हे संगी हे निरंकार हे निर्गुण सब टेक। हे गोविंद हे गुण निधान जाकै सदा बबीक। हे अपरंपर हर हरे है पी होवनहार। हे संत कै सदा संग निधारा आधार। हे ठाकुर हौ दासरो मैं निर्गुण गुण नहीं कोय। नानक दीजै नाम दान राखो हिय परोय। आए प्रभ शरणागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सुतरै पार। जो शरदा कर सेवंदे गुर पारे उतार निहार।
ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੂਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।